ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੈਨੇਡਾ ਦੇ 8-7 ਮਾਮਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾ ਮਾਮਲਾ ਸਾਂਝਾ ਕਰਨਾ ਮੂਲ ਨਿਵਾਸੀ ਬੱਚਿਆਂ ਦੀਆਂ ਹੋਰ ਲਾਸ਼ਾਂ ਲੱਭ ਸਕਦੀਆਂ ਓਨਟਾਰੀਓ ਤੋਂ ਖਬਰ ਆ ਰਹੀ ਹੈ। ਦੂਜੀ ਗੱਲਬਾਤ, ਕੈਨੇਡਾ ਦੇ ਵਿੱਚ ਲੋਕਾਂ ਨੂੰ ਖੰਘ ਨੇ ਬਹੁਤ ਪਰੇਸ਼ਾਨ ਕੀਤਾ, ਹਟ ਨਹੀਂ ਰਹੀ, ਕੀ ਕਾਰਨ ਆ। ਤੀਜੀ ਗੱਲਬਾਤ, ਜ਼ੈਲਰ ਸਟੋਰ ਦੁਬਾਰਾ ਖੁੱਲ੍ਹ ਰਿਹਾ। ਜਿਹੜੇ ਪੁਰਾਣੇ ਕੈਨੇਡਾ 'ਚ ਰਹਿਣ ਵਾਲੇ ਜਾਣਦੇ ਆ, ਇੱਥੇ ਜ਼ੈਲਰ ਸਟੋਰ ਹੁੰਦੇ ਸੀ, ਦੁਬਾਰਾ ਖੁੱਲ੍ਹਣ ਲੱਗੇ ਆ। ਚੌਥੀ ਗੱਲਬਾਤ, NDP ਆਗੂ ਉਸਤਾਦ ਜਗਮੀਤ ਸਿੰਘ ਹੁਣਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਕੁਝ ਨਾਰਾਜ਼ਗੀ ਦਿਖਾਈ ਹੈ, ਕੀ ਮਾਮਲਾ ਆ। ਪੰਜਵੀਂ ਗੱਲਬਾਤ, ਮਾਈਕਰੋਸਾਫਟ ਵੱਲੋਂ ਕਾਮਿਆਂ ਦੀ ਛਾਂਟੀ ਕੀਤੀ ਗਈ ਹੈ। ਛੇਵੀਂ ਗੱਲਬਾਤ, ਅਲਬਰਟਾ ਵਾਲੇ ਅੱਜ ਤੋਂ $600 ਦੀ ਮਦਦ ਲਈ ਅਪਲਾਈ ਕਰ ਸਕਦੇ ਆ। ਅਤੇ ਸੱਤਵੀਂ ਗੱਲਬਾਤ, ਟੋਰਾਂਟੋ ਦੇ ਵਿੱਚ ਕਾਰਾਂ ਚੋਰੀ ਬਾਰੇ। ਅੱਠਵੀਂ ਗੱਲਬਾਤ ਆਪਾਂ ਕਰਨੀ ਆ BC ਦੇ ਵਿੱਚ ਡਰੱਗ ਫੜੀ ਗਈ, ਅਤੇ ਜੇ ਸਮਾਂ ਹੋਇਆ ਆਖਰੀ ਗੱਲਬਾਤ ਕਰਾਂਗੇ ਕੈਨੇਡਾ ਨੇ ਯੂਕਰੇਨ ਦੀ ਮਦਦ ਕੀਤੀ ਆ, ਜਹਾਜ਼ ਦੇ ਰਹੇ ਆ, ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ। ਸਭ ਤੋਂ ਪਹਿਲੀ ਗੱਲਬਾਤ ਮੂਲ ਨਿਵਾਸੀ ਬੱਚਿਆਂ ਬਾਰੇ। ਮੂਲ ਨਿਵਾਸੀ ਬੱਚਿਆਂ ਬਾਰੇ ਅਸੀਂ ਅਕਸਰ ਗੱਲਬਾਤ ਕਰਦੇ ਹਾਂ, ਔਰ ਇਹ ਗੱਲ ਬਾਰ-ਬਾਰ ਕਰਨੀ ਚਾਹੀਦੀ ਆ ਤਾਂ ਕਿ ਲੋਕਾਂ ਨੂੰ ਉਸ ਸਾਰੀ ਸੱਚਾਈ ਦਾ ਪਤਾ ਲੱਗ ਸਕੇ। ਹੁਣ ਕੀ ਗੱਲ ਆ, ਕੈਨੋਰਾ ਓਨਟਾਰੀਓ ਦੇ ਵਿੱਚ ਉੱਥੇ ਇੱਕ ਸਾਈਟ ਆ, ਇੱਕ ਥਾਂ ਆ ਜਿੱਥੇ ਇੱਕ ਓਨਟਾਰੀਓ ਰੈਜ਼ੀਡੈਂਸ਼ੀਅਲ ਸਕੂਲ ਹੁੰਦਾ ਸੀ ਕਿਸੇ ਵੇਲੇ। ਉੱਥੋਂ ਹੁਣ ਪਤਾ ਲੱਗਿਆ ਕਿ 171 ਜਿਹੜੀਆਂ ਲਾਸ਼ਾਂ ਦੇ ਰਹਿੰਦ ਖੂੰਹਦ ਜਾਂ ਵਿਸ਼ੇਸ਼ ਹੋ ਸਕਦੇ ਆ। ਜਿਹੜੀ ਉੱਥੋਂ ਦੀ ਫਸਟ ਨੇਸ਼ਨ ਆ, ਉਹਨਾਂ ਨੇ ਕੱਲ੍ਹ ਇਹ ਜਾਣਕਾਰੀ ਦਿੱਤੀ ਆ, ਅਤੇ ਹਜੇ ਉਸ ਸਾਈਟ ਦੀ ਇਨਵੈਸਟੀਗੇਸ਼ਨ ਕਰ ਰਹੇ ਆ। ਪਰ ਉਹਨਾਂ ਨੇ ਦੱਸ ਦਿੱਤਾ ਕਿ ਸਾਡੇ ਹਿਸਾਬ ਦੇ ਨਾਲ 171 ਬੱਚਿਆਂ ਦੀਆਂ ਅਨਮਾਰਕਡ ਗ੍ਰੇਵਸ ਇੱਥੇ ਹੋ ਸਕਦੀਆਂ ਆ। ਬਹੁਤੀਆਂ ਇਹ ਸਾਰੀਆਂ ਜਿਹੜੀਆਂ 171 ਦੱਸੀਆਂ ਕਹਿੰਦੇ ਅਨਮਾਰਕਡ ਨੇ, ਅਤੇ ਇਹਨਾਂ ਦੇ ਵਿੱਚੋਂ 5 ਗ੍ਰੇਵਸ ਜਿਹੜੀਆਂ ਉਹ ਮਾਰਕਡ ਨੇ, ਅਤੇ ਫਸਟ ਨੇਸ਼ਨ ਨੇ ਇਹ ਇੱਕ ਨਿਊਜ਼ ਰਿਲੀਜ਼ ਕਰਕੇ ਜਾਣਕਾਰੀ ਦਿੱਤੀ ਆ। ਜਿਹੜੇ ਫੈਡਰਲ ਅਤੇ ਪ੍ਰੋਵਿੰਸ਼ੀਅਲ ਮਿਨਿਸਟਰ ਨੇ ਉਹ ਮਿਲਣਗੇ ਫਸਟ ਨੇਸ਼ਨ ਨੂੰ ਇਸ ਮਾਮਲੇ ਦੇ ਉੱਤੇ, ਅਤੇ ਉਹਨਾਂ ਨੇ ਗੱਲਬਾਤ ਕਰਨੀ ਆ। ਹੁਣ ਕੈਨੇਡਾ ਅਤੇ ਓਨਟਾਰੀਓ ਸਰਕਾਰ ਇਸ ਮਾਮਲੇ ਦੇ ਵਿੱਚ ਕੰਮ ਕਰ ਰਹੀ ਆ ਕਿ ਇਹਦੇ ਉੱਤੇ ਪਤਾ ਲੱਗ ਸਕੇ ਔਰ ਕੀ ਹੋਇਆ ਆ, ਸੱਚਾਈ ਸਾਹਮਣੇ ਆ ਸਕੇ, ਜਿਹੜੀ ਗੱਲਬਾਤ ਆ ਉਹਦੇ ਬਾਰੇ ਪਤਾ ਲੱਗ ਸਕੇ। ਜਿਹੜਾ ਰੈਕਡ ਮਿਲਿਆ ਸੀ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੁਆਰਾ ਕਿ 36 ਬੱਚੇ ਸੇਂਟ ਮੈਰੀਜ਼ ਰੈਜ਼ੀਡੈਂਸ਼ੀਅਲ ਸਕੂਲ ਕੈਨੋਰਾ ਦੇ ਵਿੱਚ ਮਾਰੇ ਗਏ ਸੀ, ਓਨਟਾਰੀਓ ਦੇ ਵਿੱਚ ਫਸਟ ਨੇਸ਼ਨ ਕਹਿੰਦੀ ਸੀ। ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੀ ਰਿਪੋਰਟ ਇਹ ਕਹਿੰਦੀ ਸੀ 36। ਉਹ ਕਹਿੰਦੇ ਉਸ ਡਾਟੇ ਦੇ ਆਧਾਰ ਦੇ ਉੱਤੇ, ਅਤੇ ਜਿਹੜੀ ਸਾਡੀ ਗੱਲਬਾਤ ਸਰਵਾਈਵਰਸ ਦੇ ਨਾਲ ਹੋਈ ਆ, ਭਾਵ ਜਿਹੜੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹੇ ਸੀ ਉਹਨਾਂ ਦੇ ਨਾਲ ਗੱਲਬਾਤ ਹੋਈ ਆ, ਉਹਦੇ ਤੋਂ ਬਾਅਦ ਸਾਨੂੰ ਲੱਗਦਾ ਕਿ ਅਸਲੀ ਨੰਬਰ ਬਹੁਤ ਜ਼ਿਆਦਾ ਵੱਡਾ ਹੋਊਗਾ। ਇਹਦੇ ਤੋਂ 1897 ਤੋਂ ਲੈ ਕੇ 1972 ਤੱਕ 6000 ਤੋਂ ਜ਼ਿਆਦਾ ਇੰਡੀਜੀਨੀਅਸ ਚਿਲਡਰਨ ਨੇ ਇਹ ਕੈਥੋਲਿਕ ਰਨ ਇਸ ਇੰਸਟੀਟਿਊਸ਼ਨ ਦੇ ਵਿੱਚ ਪੜ੍ਹਾਈ ਕੀਤੀ ਹੈ। ਅਤੇ ਹੁਣ ਜਿਹੜੀਆਂ ਉਹ ਮਤਲਬ ਪੋਸੀਬਲ ਹੈਗਾ ਕਿ ਉੱਥੇ ਇਹ ਜਿਹੜੇ ਅਵਸ਼ੇਸ਼ ਹੋਣਗੇ, ਇਹ ਜਿਹੜੀਆਂ ਸਟੱਡੀਜ਼ ਉਹਨਾਂ ਨੇ ਫਸਟ ਨੇਸ਼ਨ ਨੇ ਕੀਤੀਆਂ, ਉਹਨਾਂ ਦੇ ਟੈਕਨੀਕਲ ਅਤੇ ਆਰਕੀਓਲੋਜੀਕਲ ਅਤੇ ਗਰਾਊਂਡ ਪੈਨੀਟਰੇਟਿੰਗ ਰਡਾਰ ਟੀਮ ਨੇ ਉਹਦੇ ਵਿੱਚੋਂ ਇਹ ਗੱਲਬਾਤ ਕੱਢ ਕੇ ਉਹਨਾਂ ਨੇ ਹੁਣ ਸਾਹਮਣੇ ਲਿਆਂਦੀ ਆ। ਸਭ ਤੋਂ ਪਹਿਲਾਂ ਮਈ ਦੇ ਵਿੱਚ ਇਹ ਲਾਂਚ ਕੀਤੀ ਗਈ ਸੀ ਸਟੱਡੀ, ਅਤੇ ਇੱਕ ਮਲਟੀ ਈਅਰ ਪ੍ਰੋਜੈਕਟ ਆ ਜਿਹਦੇ ਵਿੱਚ ਅਨਮਾਰਕਡ ਗ੍ਰੇਵਸ ਨੂੰ ਉਹ ਲੱਭਣਾ ਚਾਹੁੰਦੇ ਆ। ਸਰਕਾਰ ਵੀ ਚਾਹੁੰਦੀ ਆ ਕਿ ਇਹਨਾਂ ਬਾਰੇ ਪਤਾ ਲੱਗੇ, ਫਸਟ ਨੇਸ਼ਨ ਵਾਲੇ ਵੀ ਚਾਹੁੰਦੇ ਆ ਕਿ ਘੱਟੋ ਘੱਟ ਇਹਨਾਂ ਬਾਰੇ ਪਤਾ ਲੱਗਣਾ ਚਾਹੀਦਾ ਕਿ ਕਿੱਥੇ ਕਿੱਥੇ ਇਹ ਬੱਚੇ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਪਈਆਂ ਨੇ। ਜਿਹੜੀ ਹੁਣ ਸਰਚ ਕੀਤੀ ਜਾ ਰਹੀ ਹੈ ਇਹਦੇ ਵਿੱਚ ਪ੍ਰਾਈਵੇਟਲੀ ਓਨਡ ਕੁਛ ਜਿਹੜੀਆਂ ਚੀਜ਼ਾਂ ਨੇ ਉਹ ਵੀ ਨੇ, ਆਰਕੀਓਲੋਜੀਕਲ ਅਸੈਸਮੈਂਟ ਵੀ ਇਹਦੇ ਵਿੱਚ ਆ, ਅਤੇ ਦੂਜੀ ਇਨਵੈਸਟੀਗੇਸ਼ਨ ਵੀ ਫਸਟ ਨੇਸ਼ਨ ਇਹਦੇ ਉੱਤੇ ਕਰ ਰਹੀ ਆ। ਓਨਟਾਰੀਓ ਇੰਡੀਜੀਨੀਅਸ ਅਫੇਅਰਸ ਦੇ ਮਿਨਿਸਟਰ ਨੇ ਗ੍ਰੈਗ ਰਿਕਫੋਰਡ, ਉਹਨਾਂ ਨੇ ਇਹਦੇ ਉੱਤੇ ਜਿਹੜੀ ਗੱਲਬਾਤ ਦੱਸੀ ਹੈ ਕਿ ਉਹਨਾਂ ਦੀ ਪੂਰੀ ਸਪੋਰਟ ਆ ਇਹਦੇ ਵਿੱਚ, ਅਤੇ ਉਹ ਇਹ ਸਾਰਾ ਕੁਛ ਜਿਹੜਾ ਬਾਹਰ ਕੱਢਣਾ ਚਾਹੁੰਦੇ ਕਿ ਅਸਲ ਦੇ ਵਿੱਚ ਇੱਥੇ ਸੀ ਕੀ। 1.5 ਲੱਖ ਤੋਂ ਜ਼ਿਆਦਾ ਇੰਡੀਜੀਨੀਅਸ ਬੱਚਿਆਂ ਨੂੰ ਜ਼ਬਰਦਸਤੀ ਉਹਨਾਂ ਦੇ ਘਰਾਂ ਦੇ ਵਿੱਚੋਂ, ਉਹਨਾਂ ਦੇ ਪਰਿਵਾਰਾਂ ਕੋਲੋਂ ਚੱਕ ਕੇ, ਜਿਹੜੇ ਚਰਚ ਦੁਆਰਾ ਰਨ ਕੀਤੇ ਜਾ ਰਹੇ ਰੈਜ਼ੀਡੈਂਸ਼ੀਅਲ ਸਕੂਲ ਸੀ, 19ਵੀਂ ਸਦੀ ਦੇ ਵਿੱਚ ਇਹ ਸ਼ੁਰੂ ਹੋਏ ਸੀ, ਉਹਨਾਂ ਨੂੰ ਸਟੇਟ ਸਰਕਾਰ ਇਹਨਾਂ ਦੇ ਪਿੱਛੇ ਸੀਗੀ, ਉਹਨਾਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਸਿੱਟਿਆ ਗਿਆ, ਉਹਨਾਂ ਦਾ ਕਲਚਰਲ ਜੈਨੋਸਾਈਡ ਕੀਤਾ ਗਿਆ। ਇਹ ਗੱਲ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਕਹਿ ਰਿਹਾ ਹੈ। ਬਾਰ-ਬਾਰ ਇਹ ਜ਼ਿਕਰ ਕਰ ਰਹੇ ਹਾਂ ਅਸੀਂ, ਜਿਸ ਧਰਤੀ ਦੇ ਉੱਤੇ ਬੈਠ ਕੇ ਅਸੀਂ ਗੱਲਬਾਤ ਕਰ ਰਹੇ ਹਾਂ, ਅਸੀਂ ਇੱਥੇ ਆਪਣਾ ਕੰਮਕਾਰ ਕਰ ਰਹੇ ਹਾਂ, ਰੋਟੀ ਖਾ ਰਹੇ ਹਾਂ, ਇਹ ਧਰਤੀ ਇੱਥੋਂ ਦੇ ਮੂਲ ਨਿਵਾਸੀਆਂ ਦੀ ਧਰਤੀ ਸੀ।
मूल निवासी इत्थे रहिंदे सी, लोग बाहरों आए, यूरोप तो आए, दूजे पासियों आए, हौली हौली इत्थे रहन लग पे। उन्होंने इन्हां नूं थां देनी शुरू कर दित्ती। वो क्योंकि थोड़े एडवांस सिविलाइजेशनस दे विचों आए सी, इन्हां ने जिहड़े इत्थों दे मूल निवासी, इन्हां दे विच ये गल मन्नी जाती है, इन्हां दा धर्म कह लो, इन्हां दा सभ्याचार कह लो, वो ये कहिंदा कि जिहड़ा बंदा भी मेहमान तुहाडे घर दे विच आ गया उहनूं तुसीं थां देनी है, ते यही सोच के सारिਆਂ ਨੂੰ थां दिंदे रहे। हौली हौली इन्हां नूं ये जिहड़े बाहरों आए लोग सीगे पिछे करते रहे, तो इत्थे अपना बिजनस, अपना कामकार, अपने राज, अपनियां सरकारां, ते हौली हौली सारा कुछ चलदा रहा। लंबा समा ये सारा कुछ चलिया। उहदे तो बाद ਜਿਹੜੇ कुछ ਰਹਿੰਦ ਖੂੰਦ ਇਹਨਾਂ ਦੀ बच गई, गिणती थोड़ी सी ਇਹਨਾਂ ਦੀ, ਦੂਜਿਆਂ ਦੀ ਪੋਪੂਲੇਸ਼ਨ ਵੱਧਦੀ ਗਈ, ਲੋਕ ਬਾਹਰੋਂ ਆਉਂਦੇ ਰਹੇ, ਤੇ ਉਹਨਾਂ ਨੂੰ ਇਹਨਾਂ ਨੇ 19ਵੀਂ ਸਦੀ ਦੇ ਵਿੱਚ ਮਤਲਬ ਲਿਆ ਕੇ ਤੇ ਜਿਹੜੇ ਬਚ ਗਏ ਸੀ ਇਹਨਾਂ ਦੇ ਘਰਾਂ ਦੇ ਵਿੱਚੋਂ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਸੀ ਤੇ ਲਿਜਾ ਕੇ ਨਾ ਸਕੂਲਾਂ ਦੇ ਵਿੱਚ ਪਾ ਦਿੰਦੇ ਸੀ ਵੀ ਤੁਸੀਂ ਹੁਣ ਘਰ ਨਹੀਂ ਜਾ ਸਕਦੇ। ਸਕੂਲਾਂ ਦੇ ਵਿੱਚ ਉਹਨਾਂ ਨੂੰ ਕੀਤਾ ਕੀ ਜਾਂਦਾ ਸੀ, ਉਹਨਾਂ ਨੂੰ ਕਹਿੰਦੇ ਸੀ ਤੁਸੀਂ ਆਪਣੀ ਭਾਸ਼ਾ ਨਹੀਂ ਬੋਲਣੀ। ਇਹਨਾਂ ਦੀਆਂ ਮੂਲ ਨਿਵਾਸੀਆਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨੇ ਜਿਹੜੀਆਂ ਹੌਲੀ ਹੌਲੀ ਖਤਮ ਹੋ ਰਹੀਆਂ ਨੇ। ਉਹਨਾਂ ਨੂੰ ਭਾਸ਼ਾ ਨਹੀਂ ਸੀ ਬੋਲਣ ਦਿੰਦੇ। ਜਿਹੜੇ ਉਹ ਕੱਪੜੇ ਪਾਉਂਦੇ ਸੀ ਉਹ ਕੱਪੜੇ ਲਾ ਦਿੰਦੇ ਸੀ, ਇਹ ਵਾਲ ਰੱਖਦੇ ਸੀ ਇਹਨਾਂ ਦੇ ਵਾਲ ਕੱਟ ਦਿੰਦੇ ਸੀ, ਤੇ ਉੱਥੇ ਲਿਆ ਕੇ ਉਹਨਾਂ ਨੂੰ ਸਾਰਾ ਸਾਲ ਘਰ ਨਹੀਂ ਸੀ ਜਾਣ ਦਿੰਦੇ। ਉਹਨਾਂ ਨੂੰ ਕਹਿੰਦੇ ਸੀ ਤੁਸੀਂ ਇਮੈਜਿਨ ਕਰਕੇ ਦੇਖੋ ਕਿ 3-4 ਸਾਲ ਦੇ ਬੱਚੇ ਨੂੰ ਘਰ ਦੇ ਵਿੱਚੋਂ ਚੱਕ ਕੇ ਲਿਆ ਕੇ ਉਸ ਥਾਂ ਦੇ ਉੱਤੇ ਸਿੱਟ ਦਿੱਤਾ ਜਿੱਥੇ ਉਹਦੀ ਨਾ ਭਾਸ਼ਾ ਆਉਂਦੀ ਆ, ਨਾ ਉਹਨੂੰ ਗੱਲ ਕਰਨੀ ਆਉਂਦੀ ਆ, ਤੇ 1.5 ਲੱਖ ਦੇ ਕਰੀਬ ਇੱਦਾਂ ਹੀ ਇਹਨਾਂ ਦਾ ਬੱਚਾ ਚੱਕ ਕੇ ਨਾ ਸਕੂਲਾਂ ਦੇ ਵਿੱਚ ਕਿਹਾ ਇਹ ਗਿਆ ਸੀ ਕਿ ਅਸੀਂ ਇਹਨਾਂ ਨੂੰ ਮਾਡਰਨ ਬਣਾਉਣਾ ਚਾਹੁੰਦੇ ਹਾਂ, ਇਹਨਾਂ ਨੂੰ ਅਸੀਂ ਸਿਵਲਾਈਜ਼ਡ ਬਣਾਉਣਾ ਚਾਹੁੰਦੇ ਹਾਂ, ਸੱਭਿਅਕ ਬਣਾਉਣਾ ਚਾਹੁੰਦੇ ਹਾਂ, ਪਰ ਕਲਚਰਲ ਜੈਨੋਸਾਈਡ ਕੀਤਾ ਗਿਆ। ਉਹਨਾਂ ਦੀ ਭਾਸ਼ਾ, ਉਹਨਾਂ ਦੀ ਬੋਲੀ, ਉਹਨਾਂ ਦਾ ਧਰਮ, ਉਹਨਾਂ ਦਾ ਪਹਿਰਾਵਾ, ਉਹਨਾਂ ਦੀਆਂ ਰੀਤਾਂ, ਸਾਰਾ ਕੁਝ ਖਤਮ ਕਰ ਦਿੱਤਾ ਗਿਆ। ਹੁਣ ਰੈਜ਼ੀਡੈਂਸ਼ੀਅਲ ਸਕੂਲ ਸੀਗੇ, ਜਿੱਥੇ ਜਿੱਥੇ ਰੈਜ਼ੀਡੈਂਸ਼ੀਅਲ ਸਕੂਲ ਸੀਗੇ ਉੱਥੋਂ ਇਹਨਾਂ ਨੇ ਉਹ ਥਾਵਾਂ ਲੱਭੀਆਂ ਕਿ ਇੱਥੇ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਪਈਆਂ। ਜਿਸ ਚੀਜ਼ ਦੇ ਨਾਲ ਅਲਟਰਾਸਾਊਂਡ ਕਰਦੇ ਆ, ਜਿੱਦਾਂ ਆਪਾਂ ਸਕੈਨ ਵਗੈਰਾ ਕਰਦੇ ਆ, ਉੱਦਾਂ ਦਾ ਇੱਕ ਰਡਾਰ ਸਿਸਟਮ, ਅਲਟਰਾ ਰਾਊਂਡ ਰਡਾਰ ਸਿਸਟਮ ਲੈ ਕੇ, ਜਿਵੇਂ ਘਾਹ ਕੱਟਣ ਵਾਲੀ ਮਸ਼ੀਨ ਹੁੰਦੀ ਆ, ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਸਾਡੇ ਬੱਚੇ ਇਹਨਾਂ ਥਾਵਾਂ ਦੇ ਉੱਤੇ ਦੱਬੇ ਆ। ਉਹਨਾਂ ਦੇ ਨਾਲ ਤਾਂ ਪੜ੍ਹਦੇ ਸੀ ਨਾ ਨਿਆਣੇ, ਉਹਨਾਂ ਨੂੰ ਤਾਂ ਪਤਾ ਹੀ ਸੀ, ਉਹ ਹਜੇ ਵੀ ਜਿਉਂਦੇ ਆ ਹੁਣ ਤੇ ਜਾ ਕੇ ਬੰਦ ਹੋਏ ਕੁਝ ਸਾਲ ਪਹਿਲਾਂ। ਉਹਨਾਂ ਦੇ ਨਾਲ ਇਹ ਜ਼ਮੀਨ ਦੇ ਉੱਤੇ ਫਿਰ ਜਾ ਕੇ ਉਹ ਰਡਾਰ ਪੈਨੀਟ੍ਰੇਟਿੰਗ ਸਿਸਟਮ ਦੇ ਨਾਲ ਉਹਦੇ ਵਿੱਚੋਂ ਪਤਾ ਲੱਗ ਜਾਂਦਾ ਕਿ ਥੱਲੇ ਕੋਈ ਚੀਜ਼ ਆ, ਬੋਡੀ ਜਾਂ ਉਹਦੇ ਕੰਕਾਲ ਜਾਂ ਉਹਦੀਆਂ ਹੱਡੀਆਂ ਪਈਆਂ ਥੱਲੇ ਜਾ ਕੇ। ਔਰ 2 ਸਾਲ ਪਹਿਲਾਂ 2021 ਦੇ ਵਿੱਚ ਕੈਮਲੂਪਸ ਇੱਥੇ BC ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਇਹ ਗੱਲਬਾਤ ਸ਼ੁਰੂ ਹੋਈ ਸੀ, ਤੇ ਹੁਣ ਲਗਾਤਾਰ ਇਨਵੈਸਟੀਗੇਸ਼ਨ ਚੱਲ ਰਹੀਆਂ ਤੇ ਨਿੱਤ ਕਿਤੇੋਂ ਇਹ ਸੂਚਨਾ ਆ ਰਹੀ ਹੈ। ਪਿਛਲੇ ਹਫ਼ਤੇ ਸਟਾਰ ਬਲੈਂਕਟ ਕ੍ਰੀ ਨੇਸ਼ਨ ਨੇ ਸਸਕਾਚਵਨ ਦੇ ਵਿੱਚ ਕਿਹਾ ਸੀ ਜਿਹੜਾ ਗਰਾਊਂਡ ਪੈਨੀਟ੍ਰੇਟਿੰਗ ਰਡਾਰ ਆ ਉਹਦੇ ਵਿੱਚੋਂ 2000 ਏਰੀਏ ਸਾਨੂੰ ਲੱਭੇ ਆ ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਬੱਚਿਆਂ ਦੀਆਂ ਹੱਡੀਆਂ ਤੇ ਦੂਜੀਆਂ ਚੀਜ਼ਾਂ ਉੱਤੇ ਮਿਲ ਸਕਦੀਆਂ। ਕੈਨੇਡਾ ਦੇ ਵਿੱਚ ਜਿੱਥੇ ਜਿੱਥੇ ਰੈਜ਼ੀਡੈਂਸ਼ੀਅਲ ਸਕੂਲ ਸੀ 2000 ਵੀ ਆਹ ਤਾਂ 171 ਲਾਸ਼ਾਂ ਕਹਿ ਰਹੇ, 2000 ਥਾਵਾਂ ਹੋਰ ਉਹ ਕਹਿੰਦੇ ਸਾਨੂੰ ਲੱਗਦੀਆਂ ਵੀ ਜਿੱਥੇ ਇਹ ਸਰਚ ਕੀਤੀ ਜਾਣੀ ਚਾਹੀਦੀ ਆ। ਸੋ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਸ ਰੈਜ਼ੋਲੂਸ਼ਨ ਹੈਲਥ ਸਪੋਰਟ ਪ੍ਰੋਗਰਾਮ ਦੇ ਤਹਿਤ ਹੌਟਲਾਈਨ ਨੰਬਰ ਵੀ ਹੈਗੇ ਆ ਕਿ ਜਿਹੜੇ ਉਹਨਾਂ ਦੇ ਸਰਵਾਈਵਰ ਨੇ ਜਾਂ ਉਹਨਾਂ ਦੇ ਰਿਲੇਟਿਵਸ ਨੇ ਜਿਹੜੇ ਉਸ ਟਰਾਮੇ ਦੇ ਵਿੱਚੋਂ ਲੰਘ ਰਹੇ ਆ, ਉਹ ਜਾਂ ਇਹਨੂੰ ਰੀਕਲ ਕਰਦੇ ਆ ਵਿਊਜ਼ ਨੂੰ, ਤਾਂ 186692544419 ਦੇ ਉੱਤੇ ਕਾਲ ਕਰ ਸਕਦੇ ਆ। ਕੈਨੇਡਾ ਦੇ ਇਤਿਹਾਸ ਦਾ ਇੱਕ ਕਾਲਾ ਵਰਕਾ ਰੈਜ਼ੀਡੈਂਸ਼ੀਅਲ ਸਕੂਲ ਇੱਕ ਇਸ ਗੱਲ ਦੀ ਗਵਾਹੀ ਕਿ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਬਾਹਰੋਂ ਆ ਕੇ ਲੋਕਾਂ ਨੇ ਕਿਸ ਤਰੀਕੇ ਨਾਲ ਖਤਮ ਕੀਤਾ। ਇੱਕ ਜਿਹੜੀ ਟਰੈਡੀਸ਼ਨਲ ਜਿਹੜੀ ਸੋਚ ਸੀ ਉਹਦੇ ਉੱਤੇ ਇੱਕ ਮਾਡਰਨ ਸੋਚ ਜਿਹੜੀ ਕਿ ਖਪਤ ਦੀ ਸੋਚ ਸੀਗੀ, ਜਿਹੜੀ ਕਿ ਮੁਨਾਫੇ ਦੀ ਸੋਚ ਸੀਗੀ, ਉਹਨੇ ਕਿੱਦਾਂ ਉਹਨਾਂ ਨੂੰ ਦੱਬ ਲਿਆ। ਅੱਜ ਵੀ ਉਹ ਬਹੁਤ ਸਾਰੇ ਲੋਕ ਜਿਉਂਦੇ ਨੇ, ਉਹਨਾਂ ਦੇ ਬਜ਼ੁਰਗ ਜਿਉਂਦੇ ਨੇ, ਉਹ ਕਹਿੰਦੇ ਨੇ ਕਿ ਤੁਸੀਂ ਸਾਰਾ ਹੀ ਧਰਤੀ ਖਰਾਬ ਕੀਤੀ ਹੈ। ਇਹ ਲੋਕ ਧਰਤੀ ਨੂੰ ਮਾਂ ਕਹਿੰਦੇ ਆ, ਇਹ ਲੋਕ ਇਹਦੀ ਪੂਜਾ ਕਰਦੇ ਆ, ਇਹਨੂੰ ਮਤਲਬ ਮਾਂ ਵਾਂਗੂ ਇਹਦੀ ਮੰਨਦੇ ਆ ਉਸ ਧਰਤੀ ਨੂੰ। ਅਤੇ ਉਹ ਕਹਿੰਦੇ ਕਿ ਤੁਸੀਂ ਸਾਡੇ ਪਾਣੀ ਖਰਾਬ ਕਰ ਦਿੱਤੇ, ਦਰਿਆਵਾਂ ਦੇ ਪਾਣੀ ਪੀਣ ਵਾਲੇ ਨਹੀਂ ਕੈਨੇਡਾ ਦੇ ਵਿੱਚ, ਧਰਤੀ ਤੁਸੀਂ ਖਰਾਬ ਕਰ ਦਿੱਤੀ, ਵੀ ਇਹ ਗਲਤ ਹੋਇਆ। ਹੁਣ ਉਹ ਹੌਲੀ ਹੌਲੀ ਉੱਠ ਰਹੇ ਨੇ, ਹੌਲੀ ਹੌਲੀ ਆਪਣੇ ਲਈ ਜਾਗਰੂਕ ਹੋ ਰਹੇ ਨੇ। ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ ਵੀ ਅਸੀਂ ਤੁਹਾਨੂੰ ਫੰਡਿੰਗ ਦਿੰਦੇ ਹਾਂ, ਤੁਸੀਂ ਲੱਭੋ ਜਿੱਥੇ ਜਿੱਥੇ ਵੀ ਤੁਹਾਨੂੰ ਉਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਅਵਸ਼ੇਸ਼ ਲੱਭਦੇ ਆ। ਅਤੇ ontario ਦੇ ਵਿੱਚ 171 ਅਨਮਾਰਕਡ ਗ੍ਰੇਵਸ ਦੀ ਖਬਰ ਅੱਜ ਫਿਰ ਸਾਡੇ ਸਾਹਮਣੇ ਆਈ ਹੈ। ਸਿਆਲਾਂ ਦੇ ਵਿੱਚ ਮਾੜੀ ਮੋਟੀ ਖੰਘ ਜ਼ੁਕਾਮ ਸਦਾ ਹੀ ਹੁੰਦਾ ਰਹਿੰਦਾ, ਅਤੇ ਇਸ ਵਾਰੀ ਕੈਨੇਡਾ ਦੇ ਵਿੱਚ ਲੋਕਾਂ ਨੂੰ ਖੰਘ, ਗਲਾ ਖਰਾਬ, ਜ਼ੁਕਾਮ ਹੋਇਆ, ਅਤੇ ਇਹ ਬਹੁਤ ਜ਼ਿਆਦਾ ਹੋਇਆ।
ਇੰਨਾ ਜ਼ਿਆਦਾ ਹੋਇਆ ਕਿ ਹਸਪਤਾਲਾਂ ਦੇ ਵਿੱਚ ਬਿਪਤਾ ਪਈ ਆ, ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ। ਹਸਪਤਾਲਾਂ ਦੇ ਵਿੱਚ ਇੱਕ ਕਮਰੇ ਦੇ ਵਿੱਚ 2-2 ਬੈੱਡ ਲਾ ਕੇ ਸਾਰਨਾ ਪੈ ਰਿਹਾ, ਲੋਕ ਹਾਲਵੇ ਦੇ ਵਿੱਚ ਬੈਠੇ। ਇਕੱਲੇ ਕੈਨੇਡਾ ਦੇ ਵਿੱਚ ਨਹੀਂ, ਅਮਰੀਕਾ 'ਚ ਵੀ ਬਹੁਤ ਕੁਛ ਹੋਇਆ। ਲੋਕ ਮਤਲਬ ਕਮਰੇ 'ਚ ਜਗ੍ਹਾ ਨਹੀਂ ਮਿਲਦੀ, ਹਾਲਵੇ 'ਚ ਬੈੱਡ ਲਾ ਦਿੰਦੇ, ਬੈੱਡ ਨਹੀਂ ਮਿਲਦਾ, ਕੁਰਸੀ 'ਤੇ ਬੈਠ ਜਾਂਦੇ। ਅਤੇ ਹੁਣ ਲੋਕਾਂ ਨੂੰ ਕੁਰਸੀਆਂ ਵੀ ਨਹੀਂ ਮਿਲ ਰਹੀਆਂ ਅਤੇ ਉਹ ਖੜ੍ਹੇ ਹੋ ਕੇ ਟਾਈਮ ਕੱਟਦੇ ਆ ਅਤੇ ਆਪਣੀ ਵਾਰੀ ਦੀ ਉਡੀਕ ਕਰਦੇ ਆ। ਮਸਲਾ ਕੀ ਆ, ਹੋਇਆ ਕੀ ਆ, ਇਹ ਇੰਨੀ ਲੰਬੀ ਖੰਘ ਕਿਉਂ ਚਲੇਗੀ ਜਾਂ ਇਨਫੈਕਸ਼ਨ ਕਿਉਂ ਇੱਥੇ ਤੱਕ ਚਲੇਗੀ ਕਿ ਜਿਹੜੀ ਨਹੀਂ ਜਾਣੀ ਚਾਹੀਦੀ ਸੀ। ਮਾਹਰ ਇਹ ਦੱਸਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਬਹੁਤ ਖਿਆਲ ਰੱਖਿਆ ਗਿਆ। ਲੋਕ ਕਰੋਨਾ ਵਾਇਰਸ ਤੋਂ ਡਰਦੇ ਇੱਕ ਦੂਜੇ ਦੇ ਨੇੜੇ ਹੀ ਨਹੀਂ ਆਏ। ਲੋਕਾਂ ਨੂੰ ਡਰ ਲੱਗਾ ਰਿਹਾ ਵੀ ਕਿਤੇ ਸਾਨੂੰ ਕਰੋਨਾ ਨਾ ਹੋ ਜਾਵੇ, ਅਤੇ ਉਹ ਕਿਉਂ ਨੇੜੇ ਨਹੀਂ ਆਏ ਅਤੇ ਉਹਨਾਂ ਦੀ ਇਨਫੈਕਸ਼ਨ ਨਹੀਂ ਹੋਈ। ਖਾਸ ਕਰ ਜਿਹੜੀ ਰੈਸਪੀਰੇਟਰੀ ਇਨਫੈਕਸ਼ਨ ਸੀ, ਸਾਹ ਦੀ ਇਨਫੈਕਸ਼ਨ ਸੀ, ਜਿਹਦੇ ਵਿੱਚ ਖੰਘ ਜ਼ੁਕਾਮ ਆਉਂਦਾ ਆ। ਹੁਣ ਇਸ ਵੇਲੇ ਜਿਹੜਾ ਇਹਨਾਂ ਦਾ ਸਰਵੇਲੈਂਸ ਸ਼ੋ ਕਰਦੀ ਆ ਕਿ ਜਿਹੜਾ ਲੋਅਰ ਅਤੇ ਅੱਪਰ ਰੈਸਪੀਰੇਟਰੀ ਟਰੈਕ ਦੀ ਇਨਫੈਕਸ਼ਨ ਆ ਉਹ ਐਵਰੇਜ ਤੋਂ ਕਾਫੀ ਜ਼ਿਆਦਾ ਇਸ ਵਾਰੀ ਰਹੀ ਹੈ। ਕਈ ਥਾਵਾਂ ਦੇ, ਔਰ ਇਕੱਲੇ ਇਹ ਕੈਨੇਡਾ ਦੇ ਵਿੱਚ ਨਹੀਂ, ਇਹ ਅਮਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਰਿਹਾ, ਇਹ ਯੂਕੇ ਦੇ ਵਿੱਚ ਵੀ ਆਹੀ ਕੁਛ ਹੋਇਆ। ਇਹਦੇ ਪਿੱਛੇ ਹੁਣ ਸਾਰੇ ਸਾਇੰਟਿਸਟ ਇਹ ਲੱਭ ਰਹੇ ਵੀ ਵਜ੍ਹਾ ਕੀ ਆ, ਹੋਇਆ ਕੀ ਸੀ। ਅਤੇ ਵਜ੍ਹਾ ਇਹੀ ਦੱਸੀ ਆ ਉਹਨਾਂ ਨੇ ਕਿ 2 ਸਾਲ ਤੁਹਾਨੂੰ ਇਨਫੈਕਸ਼ਨ ਹੋਈ ਨਹੀਂ, ਤੁਸੀਂ ਡਰਦੇ ਅੰਦਰ ਵੜੇ ਰਹੇ, ਅਤੇ ਹੁਣ ਜਦੋਂ ਬਾਹਰ ਨਿਕਲੇ ਆ ਅਤੇ ਸਰੀਰ ਉਹਦੇ ਸਹਿਣ ਦੇ ਯੋਗ ਨਹੀਂ ਰਿਹਾ। ਇਹਦੀ ਜਿਹੜੀ ਇਮਿਊਨਿਟੀ ਸੀ ਉਹਦੇ ਪ੍ਰਤੀ ਉਹ ਬਣੀ ਨਹੀਂ, ਅਤੇ ਹੁਣ ਇਹ ਜਿੱਥੇ ਬੰਦੇ ਨੂੰ ਹਫ਼ਤੇ 10 ਦਿਨ ਦੇ ਵਿੱਚ ਉਹ ਠੀਕ ਹੋ ਜਾਂਦਾ ਸੀ, ਹੁਣ ਉਹਨੂੰ ਕਈ ਵਾਰੀ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਲੱਗ ਰਿਹਾ ਸਿਰਫ ਅਤੇ ਸਿਰਫ ਇਸ ਖੰਘ ਤੋਂ ਬਾਹਰ ਨਿਕਲਣ ਦੇ ਲਈ। ਔਰ ਇਹ ਸਾਰੇ ਦੇਸ਼ਾਂ ਦੇ ਵਿੱਚ ਐਸੇ ਤਰੀਕੇ ਦੇ ਨਾਲ ਇਹ ਚੀਜ਼ ਵਾਪਰ ਰਹੀ ਹੈ। ਜਿਹੜੀਆਂ ਇਨਫੈਕਸ਼ਨਸ ਨੇ ਇਹ ਇਮਿਊਨਿਟੀ ਜਿਹੜੀ ਇਹਦੇ ਖਿਲਾਫ ਐਕਸਪਰਟ ਇਹ ਕਹਿ ਰਹੇ ਆ ਕਿ ਇਹ ਇਮਿਊਨਿਟੀ ਡਿਵੈਲਪ ਹੋਣੀ ਚਾਹੀਦੀ ਸੀ ਕਿ ਜਿਹੜੀ 3 ਹਫ਼ਤੇ ਤੋਂ ਜ਼ਿਆਦਾ ਖੰਘ ਤੁਹਾਡੀ ਰਹਿ ਰਹੀ ਹੈ, ਇਹਦੀ ਇਨਵੈਸਟੀਗੇਟ ਕਰੋ, ਇਹਦੇ ਬਾਰੇ ਪਤਾ ਕਰੋ, ਅਤੇ ਇਹ ਅੱਗਿਓਂ ਲੰਗਸ ਦੀ ਸੀਰੀਅਸ ਬਿਮਾਰੀ ਹੋ ਸਕਦੀ ਆ। ਦੂਜੀ ਗੱਲ ਇਸ ਮਾਮਲੇ ਦੇ ਵਿੱਚ ਇਹ ਕਹਿ ਰਹੇ ਆ ਕਿ ਐਂਟੀਬਾਇਓਟਿਕ ਵੀ ਜਿਹੜੀ ਇਹਦੇ ਵਿੱਚ ਕੰਮ ਨਹੀਂ ਕਰ ਰਹੀ, ਕਿ ਬਹੁਤ ਸਾਰੇ ਪੇਸ਼ੈਂਟ ਜਿਨ੍ਹਾਂ ਨੂੰ ਇਹ ਕਫ ਹੋਈ ਆ ਜਾਂ ਕਾਮਨ ਕੋਲਡ ਆ, ਉਹ ਬਿਨਾਂ ਕਿਸੇ ਮੈਡੀਕਲ ਅਟੈਂਸ਼ਨ ਤੋਂ ਠੀਕ ਠਾਕ ਹੋ ਜਾਂਦੇ ਆ। ਬੋਡੀ ਆਪਣੇ ਆਪ ਉਹਨੂੰ ਠੀਕ ਠਾਕ ਕਰ ਦਿੰਦੀ ਆ। ਜਿਹੜੀ ਰეკਮੈਂਡਡ ਡੋਜ਼ ਆ ਕਿ ਟਾਈਲਨੋਲ ਜਿਹੜੀ ਤੁਸੀਂ ਲੈ ਲਓ, ਅਸਟੀਰਮਿਨੋਫਿਨ, ਅਤੇ ਉਹਦੇ ਨਾਲ ਟੈਂਪਰੇਚਰ ਕੰਟਰੋਲ ਰਹੂਗਾ, ਅਤੇ ਆਪਣੇ ਆਪ ਨੂੰ ਜਿਹੜਾ ਆਰਾਮ ਕਰੋ, ਥੋੜ੍ਹਾ ਜਿਹਾ ਨਿੱਘ ਦੇ ਵਿੱਚ ਰਹੋ, ਜ਼ਿਆਦਾ ਫਲੂਇਡ ਲਓ, ਇਹਦੇ ਨਾਲ ਹੀ ਬਹੁਤੇ ਪੇਸ਼ੈਂਟਸ ਨੇ ਠੀਕ ਠਾਕ ਹੋ ਜਾਣਾ। ਪਰ ਕਿਉਂਕਿ ਵਾਇਰਸ ਆ, ਵਾਇਰਸ ਇਨਫੈਕਸ਼ਨ ਦੇ ਵਿੱਚ ਐਂਟੀਬਾਇਓਟਿਕ ਕੰਮ ਨਹੀਂ ਕਰ ਰਹੀਆਂ। ਐਂਟੀਬਾਇਓਟਿਕਸ ਜਿਹੜੀਆਂ ਨੇ ਉਹ ਜਿਹੜੀ ਬੈਕਟੀਰੀਅਲ ਇਨਫੈਕਸ਼ਨ ਆ ਉਸ ਮਾਮਲੇ ਦੇ ਵਿੱਚ ਤਾਂ ਕੰਮ ਕਰ ਸਕਦੀਆਂ, ਪਰ ਵਾਇਰਲ ਇਨਫੈਕਸ਼ਨ ਦੇ ਵਿੱਚ ਐਂਟੀਬਾਇਓਟਿਕ ਕੰਮ ਨਹੀਂ ਕਰ ਰਹੀਆਂ। ਫਾਰਮਾਸਿਸਟ ਜਿਹੜੇ ਆ ਉਹ ਵੀ, ਉਹਨਾਂ ਦੀ ਵੀ ਸਲਾਹ ਲਈ ਜਾ ਸਕਦੀ ਆ, ਉਹਨਾਂ ਕੋਲੋਂ ਵੀ ਜਿਹੜੀ ਇਹ ਕਫ ਖਾਸ ਕਰਕੇ ਜਿਹੜੀ ਪਰਸਿਸਟੈਂਟ ਆ, ਲੰਬਾ ਸਮਾਂ ਰਹਿ ਰਹੀ ਆ ਔਰ ਲਗਾਤਾਰ ਖਰਾਬ ਹੋ ਰਹੀ ਆ, ਜਾਂ ਤੁਹਾਨੂੰ ਜਿਹੜੀ ਸਾਹ ਦੇ ਵਿੱਚ ਲੈਣ ਦੇ ਵਿੱਚ ਦਿੱਕਤ ਆ ਰਹੀ ਆ, ਚੈਸਟ ਪੇਨ ਹੋ ਰਹੀ ਆ, ਜਾਂ ਕੋਈ ਹੋਰ ਇਹਦੇ ਨਾਲ ਸਿੰਪਟਮ ਹੈਗੇ ਆ, ਤਾਂ ਤੁਹਾਨੂੰ ਉੱਥੇ ਜਾ ਕੇ ਜਿਹੜਾ ਦੇਖਣਾ ਚਾਹੀਦਾ ਹੈ, ਡਾਕਟਰ ਦੀ ਹੈਲਪ ਲੈਣੀ ਚਾਹੀਦੀ ਆ। ਪਰ ਕਾਰਨ ਇਹਦਾ ਇਹੀ ਦੱਸਿਆ ਜਾ ਰਿਹਾ ਕਿ ਕਿਉਂਕਿ 2 ਸਾਲ ਕੋਈ ਬਾਹਰ ਨਹੀਂ ਨਿਕਲਿਆ, ਇਨਫੈਕਸ਼ਨ ਹੋਈ ਨਹੀਂ, ਹੁਣ ਜਦੋਂ ਨਿਕਲਿਆ ਤਾਂ ਇਹ ਇਨਫੈਕਸ਼ਨ ਇੱਕਦਮ ਇੰਨੀ ਜ਼ਿਆਦਾ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਅਗਲੀ ਗੱਲਬਾਤ ਜ਼ੈਲਰ ਸਟੋਰਾਂ ਬਾਰੇ ਹੈ। ਜਿਹੜੇ ਲੋਕ ਪੁਰਾਣੇ 10 ਕੁ ਸਾਲ ਪਹਿਲਾਂ ਤੁਹਾਨੂੰ ਯਾਦ ਹੋਊਗਾ, ਇੱਥੇ ਇੱਕ ਸਟੋਰ ਹੁੰਦੇ ਸੀ ਜ਼ੈਲਰ, ਅਤੇ ਉਹ ਜ਼ੈਲਰ ਨੇ ਹੁਣ ਅਨਾਊਂਸਮੈਂਟ ਕੀਤੀ ਹੈ ਵੀ ਅਸੀਂ ਦੁਬਾਰਾ ਆ ਰਹੇ ਹਾਂ। 25 ਸਟੋਰ ਖੁੱਲ੍ਹਣੇ ਆ ਕੈਨੇਡਾ ਦੇ ਵਿੱਚ, ਅਤੇ ਇੱਥੇ ਆ ਕੇ ਜਿਹੜੇ ਸਟੋਰਸ ਜਿਹੜੇ ਹੈਗੇ ਆ, ਬਹੁਤੇ ਹਡਸਨ ਬੇ ਦੀਆਂ ਲੋਕੇਸ਼ਨਸ ਦੇ ਅੰਦਰ ਹੋਣਗੇ ਕੈਨੇਡਾ ਦੇ ਵਿੱਚ, ਔਰ ਇਸ ਸਪਰਿੰਗ ਦੇ ਵਿੱਚ ਖੁੱਲ੍ਹ ਜਾਣੇ ਆ। ਪੇਰੈਂਟ ਕੰਪਨੀ ਹਡਸਨ ਬੇ ਆ ਇਹਦੀ। ਹਡਸਨ ਬੇ ਕੰਪਨੀ ਤੁਸੀਂ ਜਾਣਦੇ ਆ ਸਾਰੇ, HBC। ਇਹਨਾਂ ਨੇ ਓਰੀਜਨਲ ਜਿਹੜੇ ਜ਼ੈਲਰ ਸਟੋਰ ਸੀਗੇ 2013 ਦੇ ਵਿੱਚ ਆਖਰੀ ਸਟੋਰ ਕੈਨੇਡਾ ਦੇ ਵਿੱਚ ਬੰਦ ਹੋ ਗਿਆ ਸੀ, ਅਤੇ ਇਹਨਾਂ ਨੇ ਹੁਣ ਅਨਾਊਂਸਮੈਂਟ ਕੀਤੀ ਆ ਕਿ 2022 ਦੇ ਵਿੱਚ ਅਨਾਊਂਸਮੈਂਟ ਕਰ ਦਿੱਤੀ ਸੀ ਕਿ ਅਸੀਂ ਇਹਨਾਂ ਨੂੰ ਵਾਪਸ ਇੱਥੇ ਲਿਆ ਰਹੇ ਹਾਂ। ਅਤੇ ਜਿਹੜਾ ਇੱਕ ਮਤਲਬ ਇਹਨਾਂ ਦੇ ਕੁਛ ਆਫਰਸ ਨੇ ਉਹ ਵੀ ਖਾਸ ਤੌਰ ਦੇ ਉੱਤੇ ਹੋਣਗੇ। ਲੋਕੇਸ਼ਨਸ ਇਹਨਾਂ ਦੀਆਂ ਜਿਹੜੀਆਂ ਮਤਲਬ ਜਿਹਨਾਂ ਲੋਕ ਜ਼ੈਲਰ ਸਟੋਰ, ਕਿਉਂਕਿ ਬਹੁਤ ਲੰਬਾ ਸਮਾਂ ਕੈਨੇਡਾ ਦੇ ਵਿੱਚ ਰਹੇ ਆ, ਲੋਕ ਉਹਨਾਂ ਨੂੰ ਯਾਦ ਕਰਦੇ ਆ ਕਿਤੇ ਨਾ ਕਿਤੇ। ਉਹਨਾਂ ਦਾ ਮਤਲਬ ਇੱਕ ਜਿਹੜੀ ਨੋਸਟੈਲਜਿਕ ਅਟੈਚਮੈਂਟ ਵੀ ਇਹਦੇ ਨਾਲ ਹੈਗੀ ਆ। ਹਰ ਲੋਕੇਸ਼ਨ ਉਹ ਕਹਿੰਦੇ 800 ਤੋਂ 8000 ਤੋਂ ਲੈ ਕੇ 10,000 ਸਕੁਅਰ ਫਿੱਟ ਦੇ ਵਿਚਕਾਰ ਹੋਊਗੀ। ਉੱਥੇ ਹੋਮ ਡੈਕੋਰ ਦਾ ਸਮਾਨ ਹੋਊਗਾ, ਖਿਡੌਣੇ, ਬੇਬੀ ਐਪਰਲ, ਪੈਟਸ, ਇਹ ਸਾਰਾ ਕੁਛ ਇਹਨਾਂ ਸਟੋਰਾਂ ਦੇ ਉੱਤੇ ਹੋਊਗਾ। ਇਹਨਾਂ ਦੀ ਵੈਬਸਾਈਟ ਵੀ ਲਾਂਚ ਕੀਤੀ ਜਾ ਰਹੀ ਹੈ, ਅਤੇ
ਹਾਲੇ ਤੱਕ ਇਹਦੇ ਬਾਰੇ ਕਨਫਰਮੇਸ਼ਨ ਨਹੀਂ ਆਈ, ਪਰ ਕੁਛ ਲੋਕੇਸ਼ਨਸ ਹੈਗੀਆਂ ਜਿੱਥੇ ਇਹ ਖੁੱਲ੍ਹਣੇ ਆ ਤੇ ਲੋਕ ਬੜੀ ਬੇਸਬਰੀ ਨਾਲ ਇਹਦਾ ਇੰਤਜ਼ਾਰ ਵੀ ਕਰ ਰਹੇ ਆ। ਪੈਸੀਫਿਕ ਸੈਂਟਰ ਡਾਊਨਟਾਊਨ ਦੇ ਵਿੱਚ ਖੁੱਲੂਗਾ ਤੇ ਦੂਜਾ ਇਹ ਇੱਥੇ ਆਪਣੇ ਬ੍ਰਿਟਿਸ਼ ਕੰਬੀਆ ਦੇ ਵਿੱਚ ਕੈਮਲੂਪਸ ਦੇ ਵਿੱਚ ਇੱਕ ਸਟੋਰ ਦੱਸ ਰਹੇ ਆ। ਗਿਲਫਰਡ ਟਾਊਨ ਸੈਂਟਰ ਇੱਥੇ ਸਰੀ ਦੇ ਵਿੱਚ ਆਪਣੇ ਇੱਥੇ ਵੀ ਖੁੱਲ੍ਹਣਾ ਆ। ਐਬਸਫੋਰਡ ਦੇ ਵਿੱਚ 7 ਓਕ ਸ਼ਾਪਿੰਗ ਸੈਂਟਰ ਦੇ ਉੱਤੇ ਇਹ 3-4 ਸਟੋਰ ਇੱਥੇ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜ਼ੈਲਰ ਦੇ ਖੁੱਲ੍ਹਣਗੇ। ਅਲਬਰਟਾ ਦੇ ਵਿੱਚ ਦੱਸਦੇ ਆ ਕਿ ਕਿੰਗਸਵੇ ਗਾਰਡਨ ਮਾਲ ਐਡਮਿੰਟਨ ਦੇ ਵਿੱਚ ਖੁੱਲੂਗਾ। ਮੈਡੀਸਨ ਹੈਟ ਦੇ ਵਿੱਚ ਇੱਕ ਸਟੋਰ ਖੁੱਲੂਗਾ। ਸਪਰਿੰਗਡੇਲ ਮਾਲ ਕੈਲਗਰੀ ਦੇ ਵਿੱਚ ਇੱਕ ਸਟੋਰ ਜ਼ੈਲਰ ਦਾ ਖੁੱਲੂਗਾ। ਸਸਕਾਚਮੈਨ ਦੇ ਵਿੱਚ ਸਸਕਾਟੂਨ ਦੇ ਵਿੱਚ ਇੱਕ ਸਟੋਰ ਖੁੱਲ੍ਹਣਾ। ਮਿਡ ਟਾਊਨ ਪਲਾਜ਼ਾ ਦੇ ਵਿੱਚ ਮੈਨੀਟੋਬਾ ਦੇ ਵਿੱਚ ਸੇਂਟ ਵਾਈਟਲ ਵਿਨੀਪੈਗ ਦੇ ਵਿੱਚ ਸਟੋਰ ਖੁੱਲੂਗਾ। ਅੰਟੈਰੀਓ ਦੇ ਵਿੱਚ ਇੱਕ ਸਟੋਰ ਮਿਸੀਸਾਗਾ। ਐਰਨ ਮਿਲਸ ਦੇ ਵਿੱਚ ਦੂਜਾ ਜਿਹੜਾ ਹੈਗਾ ਲੰਡਨ ਦੇ ਵਿੱਚ ਦੱਸਦੇ ਆ ਕਿ ਵਾਈਟ ਓਕ ਮਾਲ ਦੇ ਵਿੱਚ। ਫਿਰ ਟਾਊਨ ਸੈਂਟਰ ਟੋਰਾਂਟੋ ਦੇ ਵਿੱਚ ਖੁੱਲੂਗਾ। ਪੈਨ ਸੈਂਟਰ ਸ਼ਾਪਿੰਗ ਪਲਾਜ਼ਾ ਜਿਹੜਾ ਸੇਂਟ ਕੈਥਰੀਨ ਦੇ ਵਿੱਚ ਵੀ ਖੁੱਲੂਗਾ। ਤੇ ਇਸੇ ਤਰ੍ਹਾਂ ਹੀ ਆਟਵਾ ਦੇ ਵਿੱਚ ਦੋ ਆਟਵਾ ਦੇ ਵਿੱਚ ਤੇ ਇੱਕ ਕਿੰਗਸਟਨ ਦੇ ਵਿੱਚ ਜ਼ੈਲਰ ਦੇ ਸਟੋਰ ਖੁੱਲ੍ਹਣਗੇ। ਤੇ ਕੁਬੈਕ ਦੇ ਵਿੱਚ ਵੀ ਇਸੇ ਤਰ੍ਹਾਂ ਕੁਛ ਥਾਂ ਦੇ ਉੱਤੇ ਸਟੋਰ ਖੋਲ੍ਹ ਰਹੇ ਆ। ਨੋਵਾ ਸਕੋਸ਼ੀਆ ਦੇ ਵਿੱਚ ਇਹ ਡਾਰਟਮਾਊਥ ਦੇ ਵਿੱਚ ਸਟੋਰ ਖੁੱਲੂਗਾ ਤੇ ਸਿਡਨੀ ਦੇ ਵਿੱਚ ਇੱਕ ਮੇਫਲਾਵਰ ਸ਼ਾਪਿੰਗ ਮਾਲ ਦੇ ਵਿੱਚ ਵੀ ਸਟੋਰ ਜਿਹੜਾ ਇਹ ਖੁੱਲ੍ਹਣ ਦੀ ਗੱਲਬਾਤ ਕੀਤੀ ਜਾ ਰਹੀ ਆ। ਇਹ ਅਸਲ ਦੇ ਵਿੱਚ 2011 ਦੇ ਵਿੱਚ ਜਿਹੜੇ ਅਮਰੀਕਾ ਦਾ ਡਿਪਾਰਟਮੈਂਟ ਸਟੋਰ ਦੀ ਚੇਨ ਸੀਗੀ ਟਾਰਗੇਟ ਨੇ ਇਹਨਾਂ ਦੀਆਂ ਸਾਰੀਆਂ ਜਿਹੜੇ ਲੀਜ਼ ਹੋਲਡ ਸੀਗੇ 199 ਜ਼ੈਲਰ ਲੋਕੇਸ਼ਨ ਇਹ 1825 ਬਿਲੀਅਨ ਦੇ ਵਿੱਚ ਅਕਵਾਇਰ ਕਰ ਲਈਆਂ ਸੀ। ਹੁਣ ਤਾਂ ਟਾਰਗੇਟ ਵੀ ਬੰਦ ਹੋ ਗਏ। ਜ਼ੈਲਰ ਦੀਆਂ ਲੋਕੇਸ਼ਨਸ ਟਾਰਗੇਟ ਨੇ ਅਕਵਾਇਰ ਕਰ ਲਈਆਂ ਸੀ। 199 ਲੋਕੇਸ਼ਨ 125 ਜਿਹੜੀਆਂ ਉਹ ਕਨਵਰਟ ਕਰ ਦਿੱਤੀਆਂ ਗਈਆਂ ਸੀ ਟਾਰਗੇਟ ਸਟੋਰ ਦੇ ਵਿੱਚ, ਤੇ ਜਿਹੜੀਆਂ 64 ਸੀਗੀਆਂ ਉਹ ਜਿਹੜੀਆਂ ਰਹਿ ਗਈਆਂ ਸੀ ਇਹਦੇ ਨਾਲ ਹੀ। ਫਿਰ 2012 ਦੇ ਵਿੱਚ ਹਡਸਨ ਬੇ ਕੰਪਨੀ ਨੇ ਅਨਾਊਂਸ ਕੀਤਾ ਸੀ ਕਿ ਆਪਣੇ ਰਿਟੇਲਰਸ ਨੂੰ ਰੱਖਣਾ ਚਾਹੁੰਦੇ ਆ ਫਾਈਨੈਂਸ਼ੀਅਲੀ ਵਾਇਬਲ, ਤੇ ਇਹਨਾਂ ਨੇ 2013 ਦੇ ਵਿੱਚ ਜਿਹੜਾ ਲਾਸਟ ਕੈਨੇਡੀਅਨ ਜ਼ੈਲਰ ਲੋਕੇਸ਼ਨ ਸੀਗੀ ਉਹਨੂੰ ਬੰਦ ਕਰ ਦਿੱਤਾ ਸੀ। ਜ਼ੈਲਰ ਨੂੰ ਟਾਰਗੇਟ ਦੇ ਵਿੱਚ ਕਨਵਰਟ ਕਰ ਦਿੱਤਾ ਸੀ ਤੇ ਉਹ ਟਾਰਗੇਟ ਵੀ ਕੁਛ ਸਾਲ ਸਰਵਾਈਵ ਕੀਤਾ। 7-8 ਸਾਲ ਪਹਿਲਾਂ 2015 ਦੇ ਨੇੜੇ ਤੇੜੇ ਜਿਹੜਾ ਇਹ US ਦਾ ਸਟੋਰ ਸੀ ਟਾਰਗੇਟ ਰਿਟੇਲਰ ਸੀਗਾ, ਇਹਨਾਂ ਨੇ ਕੈਨੇਡਾ ਦੇ ਵਿੱਚੋਂ ਵਿਦਡਰਾ ਕਰ ਲਿਆ ਸੀ ਤੇ ਟਾਰਗੇਟ ਵੀ ਬੰਦ ਹੋ ਗਿਆ ਸੀ। ਪਰ ਹੁਣ ਜ਼ੈਲਰ ਦੁਬਾਰਾ ਖੁੱਲ੍ਹ ਰਿਹਾ। ਬਹੁਤ ਸਾਰੇ ਸਟੋਰ ਨੇ ਪਰ ਜਿਹੜਾ ਲੋਕਾਂ ਦੀ ਜ਼ੈਲਰ ਦੇ ਨਾਲ ਖਾਸ ਕਿਸਮ ਦੀ ਜਿਹੜੀ ਇੱਕ ਅਟੈਚਮੈਂਟ ਸੀਗੀ ਜਾਂ ਉਹਨਾਂ ਨੂੰ ਪੁਰਾਣੇ ਵੇਲੇ ਨੂੰ ਯਾਦ ਕਰਦੇ ਆ ਤਾਂ ਹੁਣ ਜ਼ੈਲਰ ਸਟੋਰ ਦੁਬਾਰਾ ਕੈਨੇਡਾ ਦੇ ਵਿੱਚ ਖੁੱਲ੍ਹ ਰਹੇ। ਇਸ ਵੇਲੇ ਜਸਟਿਨ ਟਰੂਡੋ ਸਾਡੇ ਪ੍ਰਧਾਨ ਮੰਤਰੀ ਨੇ ਤੇ NDP ਦੀ ਉਹਨਾਂ ਨੂੰ ਸਪੋਰਟ ਆ। NDP ਲੀਡਰ ਜਗਮੀਤ ਸਿੰਘ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਬਹੁਤੇ ਖੁਸ਼ ਨਹੀਂ। ਮਾਮਲਾ ਇਹ ਆ ਉਹ ਕਹਿੰਦੇ ਵੀ ਜਿਹੜੇ ਕਾਮੇ ਨੇ ਜਿਹੜੇ ਵਰਕਿੰਗ ਕਲਾਸ ਆ ਉਹਦੇ ਹੱਕ ਦੇ ਵਿੱਚ ਜਸਟਿਨ ਟਰੂਡੋ ਉਹਨਾਂ ਨਹੀਂ ਖੜ ਰਹੇ ਜਿੰਨਾ ਉਹਨਾਂ ਨੂੰ ਖੜਨਾ ਚਾਹੀਦਾ। ਕੌਕਸ ਦੀ ਉਹਨਾਂ ਦੀ ਮੀਟਿੰਗ ਚੱਲ ਰਹੀ ਆ NDP ਦੀ, ਤੇ ਅੱਜ ਉਹਨੂੰ ਸੰਬੋਧਨ ਕਰ ਰਹੇ ਸੀ ਜਗਮੀਤ ਸਿੰਘ। ਉਹ ਕਹਿੰਦੇ ਕਿ ਸਾਨੂੰ ਜਿਹੜਾ ਇੱਕ ਵਰਕਿੰਗ ਕਲਾਸ ਲੋਕ ਇਸ ਵੇਲੇ ਸਟਰਗਲ ਕਰ ਰਹੇ ਆ ਆਪਣੀ ਰੋਟੀ ਪਾਣੀ ਚਲਾਉਣ ਦੇ ਲਈ, ਉੱਥੇ ਫੋਕਸ ਕਰਨਾ ਚਾਹੀਦਾ ਸੀ ਤੇ ਉੱਥੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫੋਕਸ ਨਹੀਂ ਕਰ ਰਹੇ। ਤੁਹਾਨੂੰ ਪਤਾ ਮਾਈਨੋਰਿਟੀ ਸਰਕਾਰ ਆ ਇਸ ਵੇਲੇ ਕੈਨੇਡਾ ਦੇ ਵਿੱਚ ਤੇ ਉਹਨਾਂ ਨੂੰ ਸਪੋਰਟ ਲਿਬਰਲ ਪਾਰਟੀ ਨੂੰ NDP ਦੀ ਆ, ਤੇ ਉਹਨਾਂ ਨੂੰ ਥੋੜ੍ਹਾ ਜਿਹਾ ਮਤਲਬ ਇਹ ਉਹਨਾਂ ਨੇ ਕਿਹਾ ਕਿ ਉਹ ਓਨਾ ਨਹੀਂ ਕਰ ਰਹੇ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ। ਨਾ ਹੀ ਜਿਹੜੀਆਂ ਗਰੋਸਰੀ ਦੀਆਂ ਪ੍ਰਾਈਸਿਸ ਥੱਲੇ ਲਿਆ ਰਹੇ ਆ ਤੇ ਨਾ ਹੀ ਮਹਿੰਗਾਈ ਲਈ ਕੁਛ ਕਰ ਰਹੇ ਆ। ਇਹ ਸ਼ਬਦ ਜਿਹੜੇ ਨੇ ਅੱਜ NDP ਆਗੂ ਦਾ ਜਗਮੀਤ ਸਿੰਘ ਨੇ ਕਹੇ ਆ। ਜਿਹੜੇ ਵਰਕਿੰਗ ਕਲਾਸ ਆ ਜਾਂ ਜਿਹੜੇ ਸਧਾਰਨ ਲੋਕ ਨੇ ਉਹਨਾਂ ਦੇ ਹੱਕ ਦੇ ਵਿੱਚ ਜਗਮੀਤ ਸਿੰਘ ਪਹਿਲਾਂ ਤੋਂ ਬੋਲਦੇ ਆਏ ਆ, ਔਰ ਉਹਨਾਂ ਨੇ ਹੁਣ ਇਹ ਖਾਸ ਤੌਰ ਦੇ ਉੱਤੇ ਕਿਹਾ। ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਇਹ ਲੋਕ ਨੇ ਜਿਹੜੇ ਵੱਡੀਆਂ ਕੰਪਨੀਆਂ ਨੇ 3-4 ਕੰਪਨੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਇਹ ਸਾਰਾ ਗਰੋਸਰੀ ਸਪਲਾਈ ਕਰਦੀਆਂ ਆ, ਵੀ ਇਹਨਾਂ ਦੀ ਟਰਨਓਵਰ ਚੈੱਕ ਕਰੋ ਵੀ ਇਹ ਤਾਂ ਨਹੀਂ ਵਿੱਚੋਂ ਪੈਸੇ ਬਣਾਈ ਜਾਂਦੀਆਂ ਮਹਿੰਗਾਈ ਦੇ ਵਿੱਚ। ਕਿ ਉਹ ਹਾਲਾਂਕਿ ਉਹਦੇ ਵਿੱਚੋਂ ਸੱਚਾਈ ਨਹੀਂ ਨਿਕਲੀ ਸੀ, ਪਰ ਉਹਨਾਂ ਦਾ ਡਰ ਸੀਗਾ ਜਗਮੀਤ ਸਿੰਘ ਹੁਣਾਂ ਦਾ ਕਿ ਕਿਤੇ ਇੱਦਾਂ ਨਾ ਹੋਵੇ ਲੋਕਾਂ ਦੇ ਨਾਲ ਮਹਿੰਗਾਈ ਦੇ ਨਾਂ ਦੇ ਉੱਤੇ ਕੰਪਨੀਆਂ ਧੱਕਾ ਕਰ ਰਹੀਆਂ। ਹੁਣ ਵੀ ਉਹੀ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਉਹ ਕੁਛ ਨਹੀਂ ਕਰ ਰਿਹਾ ਜੋ ਕੁਛ ਉਹਨਾਂ ਨੂੰ ਕਰਨਾ ਚਾਹੀਦਾ ਆ। ਤੇ ਦੂਜਾ ਉਹ ਕਹਿੰਦੇ ਕਿ ਜਿਹੜੇ ਮੈਡੀਕੇਅਰ ਆ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਇਹਨੂੰ ਉਨਾ ਕੰਮ ਨਹੀਂ ਕੀਤਾ ਜਿੰਨਾ ਕਰਨਾ ਚਾਹੀਦਾ ਸੀ, ਕਿ ਜਿਸ ਕਿਸਮ ਦੇ ਨਾਲ ਇਹਦੇ ਉੱਤੇ ਕੰਮ ਕੀਤਾ ਗਿਆ ਕਿ ਹੈਲਥ ਕੇਅਰ ਸਿਸਟਮ ਦੇ ਵਿੱਚ ਜਿਹੜੇ ਪ੍ਰਾਈਵੇਟ ਪਲੇਅਰ ਆ ਰਹੇ ਨੇ ਉਹ ਨਹੀਂ ਹੋਣੇ ਚਾਹੀਦੇ ਸੀ। ਫੈਡਰਲ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਸਾਰੀ ਪ੍ਰਾਈਵੇਟਾਈਜੇਸ਼ਨ ਜਿਹੜੀ ਇਸ ਵੇਲੇ ਹੈਲਥ ਕੇਅਰ ਫੰਡਿੰਗ ਦੇ ਵਿੱਚ ਜਾਂ ਨੈਗੋਸ਼ੀਏਸ਼ਨ ਦੇ ਵਿੱਚ ਹੋ ਰਹੀ ਹੈ ਪ੍ਰੋਵਿੰਸਿਸ ਦੇ ਵਿੱਚ, ਇਹਨੂੰ ਬੈਨ ਕਰ ਦਿਓ ਵੀ ਪ੍ਰਾਈਵੇਟ ਨਹੀਂ ਹੋਣਾ ਚਾਹੀਦਾ। ਪਬਲਿਕ ਸੈਕਟਰ ਸਰਕਾਰ ਜਿਹੜੀ ਆ ਉਹ ਇਹਦੇ ਵਿੱਚ ਕੁਛ ਨਾ ਕੁਛ ਕਰੇ। ਫੈਡਰਲ ਸਰਕਾਰ ਨੂੰ ਉਹਨਾਂ ਨੇ ਪ੍ਰਾਈਵੇਟਾਈਜੇਸ਼ਨ ਬੈਨ ਕਰਨ ਦੇ ਲਈ ਕਿਹਾ, ਤੇ ਇਹਦੇ ਨਾਲ ਹੀ
ਉਹਨਾਂ ਨੇ ਆਪਣੇ ਕੌਕਸ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਤੇ ਉਹ ਕਹਿੰਦੇ ਵੀ ਅਸੀਂ ਇਹਨਾਂ ਵਰਕਰਸ ਦੇ ਲਈ ਫਾਈਟ ਕਰਾਂਗੇ, ਇਹਨਾਂ ਪਰਿਵਾਰਾਂ ਦੇ ਲਈ ਫਾਈਟ ਕਰਾਂਗੇ। ਇਸ ਮਹੀਨੇ ਅੱਗੇ ਜਾ ਕੇ ਜਦੋਂ ਹਾਊਸ ਆਫ ਕਾਮਨਸ ਰਿਜ਼ਿਊਮ ਹੁੰਦਾ ਹੈ ਤਾਂ ਉਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਉਹ ਕਹਿੰਦੇ ਅਸੀਂ ਹਰ ਰੋਜ਼ ਇਹਦੇ ਉੱਤੇ ਜ਼ੋਰ ਪਾਵਾਂਗੇ ਵੀ ਮਹਿੰਗਾਈ ਥੱਲੇ ਲੈ ਕੇ ਆਓ, ਜਿਹੜੇ ਇਨਵਾਇਰਮੈਂਟ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਫਿਕਸ ਕਰੋ, ਯੂਨੀਵਰਸਲ ਪਬਲਿਕ ਕੈਨੇਡੀਅਨ ਹੈਲਥ ਕੇਅਰ ਸਿਸਟਮ ਨੂੰ ਜਿੰਨਾ ਹੋ ਸਕਦਾ ਐਕਸਪੈਂਡ ਕਰੋ, ਜਿੰਨੇ ਵੀ ਪ੍ਰਾਈਵੇਟ ਪਲੇਅਰ ਨੇ ਇਹਦੇ ਵਿੱਚੋਂ ਉਹ ਜਿਹੜੇ ਆ ਕੱਢੇ ਜਾਣ। ਉਹ ਕਹਿੰਦੇ ਅਸੀਂ ਫਾਈਟ ਕਰਾਂਗੇ ਇਹ ਸਾਰੇ ਕੁਛ ਦੇ ਲਈ। ਹੁਣ ਤੁਹਾਨੂੰ ਇਹ ਪਤਾ ਕਿ ਜਿਹੜਾ ਡੈਂਟਲ ਕੇਅਰ ਸੀ ਉਸ ਮਾਮਲੇ ਦੇ ਉੱਤੇ ਵੀ ਪਹਿਲਾਂ ਇਹਨਾਂ ਦੇ ਆਪਸ ਦੇ ਵਿੱਚ ਥੋੜ੍ਹਾ ਜਿਹਾ ਫਿੱਕ ਦੋਵਾਂ ਜਣਿਆਂ ਦਾ, ਦੋਵਾਂ ਪਾਰਟੀਆਂ ਦਾ ਹੈਗਾ। NDP ਨੇ ਇੱਥੋਂ ਤੱਕ ਥੋੜ੍ਹੇ ਮਹੀਨੇ ਪਹਿਲਾਂ ਕਹਿ ਦਿੱਤਾ ਸੀ ਕਿ ਅਸੀਂ ਜਿਹੜੀ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਦੇ ਤਹਿਤ ਲਿਬਰਲ ਪਾਰਟੀ ਨੂੰ ਸਪੋਰਟ ਕੀਤੀ ਆ, ਅਸੀਂ ਉਹ ਸਪੋਰਟ ਪਿੱਛੇ ਖਿੱਚ ਲਵਾਂਗੇ ਜੇ ਇਹਨਾਂ ਨੇ ਹੈਲਥ ਕੇਅਰ ਕ੍ਰਾਈਸਿਸ ਦੇ ਉੱਤੇ ਕੰਮ ਨਾ ਕੀਤਾ। ਇਹ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਕਿਹਾ ਸੀ। ਮਾਰਚ ਦੇ ਵਿੱਚ ਡੀਲ ਜਿਹੜੀ ਸੀ NDP ਦੀ ਸਪੋਰਟ ਕਰਨ ਦੀ ਮਾਈਨੋਰਿਟੀ ਗਵਰਨਮੈਂਟ ਨੂੰ ਪਹੁੰਚੀ ਸੀ, ਜਿਹੜੀਆਂ ਕਿ ਮੁੱਦਿਆਂ ਦੇ ਉੱਤੇ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੀ ਇਲੈਕਸ਼ਨ ਆ ਉਹ 2025 'ਚ ਹੋਣੀ ਆ ਜਾ ਕੇ, ਵੀ ਉਹ ਤੋਂ ਪਹਿਲਾਂ ਹੀ ਨਾ ਕਿਤੇ ਹੋ ਜਾਵੇ। ਜੇ ਕਿਸੇ ਇਹਨਾਂ ਨੇ, ਕਿਉਂਕਿ ਬਹੁਮਤ ਤੇ ਲਿਬਰਲ ਪਾਰਟੀ ਕੋਲ ਹੈ ਨਹੀਂ, ਜੇ ਕੋਈ ਇਹ ਬਿੱਲ ਲੈ ਕੇ ਆਏ ਨਾ ਪਾਸ ਹੋਇਆ, ਦੂਜਿਆਂ ਨੇ ਵਿਰੋਧ ਕਰ ਦਿੱਤਾ ਕਿਸੇ ਗੱਲ ਦੇ ਉੱਤੇ ਵੀ, ਤੇ ਡਿੱਗ ਸਕਦੀ ਹੈ ਇਹ 25 ਤੋਂ ਪਹਿਲਾਂ ਹੀ ਵੋਟਾਂ ਪੈ ਸਕਦੀਆਂ। ਉਹ ਕਹਿੰਦੇ ਜੇ ਇਹਨਾਂ ਨੇ ਸਾਡੀ ਨਾ ਮੰਨੀ ਅਸੀਂ ਸਪੋਰਟ ਪਿੱਛੇ ਲੈ ਸਕਦੇ ਹਾਂ। ਇਹ ਕੁਛ ਮਹੀਨੇ ਪਹਿਲਾਂ ਇਹਨਾਂ ਨੇ ਗੱਲ ਕਹੀ ਸੀ। ਹੁਣ ਫਿਰ NDP ਆਗੂ ਜਗਮੀਤ ਸਿੰਘ ਇਸ ਗੱਲ ਤੋਂ ਥੋੜ੍ਹੇ ਜਿਹੇ ਖਫਾ ਨਜ਼ਰ ਆਉਂਦੇ ਨੇ ਕਿ ਜਿੰਨਾ ਕੰਮ ਲਿਬਰਲ ਪਾਰਟੀ ਨੂੰ ਆਮ ਲੋਕਾਂ ਦੇ ਲਈ ਕਰਨਾ ਚਾਹੀਦਾ ਸੀ ਮਹਿੰਗਾਈ ਘਟਾਉਣ ਦੇ ਲਈ, ਉਹਨਾਂ ਦੀ ਬਾਂਹ ਫੜਨ ਦੇ ਲਈ, ਉਹਨਾਂ ਇਹ ਸਰਕਾਰ ਨਹੀਂ ਕਰ ਰਹੀ। ਜਦੋਂ ਅਸੀਂ ਰਿਸੈਸ਼ਨ ਦੀ ਗੱਲਬਾਤ ਕਰਦੇ ਹਾਂ ਵੀ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਰਿਸੈਸ਼ਨ ਆ ਜਾਣਾ, ਆਉਣਾ ਆ ਗਿਆ ਜਾਂ ਕਿੰਨਾ ਕੁ ਆਉਣਾ ਆ, ਤਾਂ ਪਹਿਲੀ ਚਿੰਤਾ ਇਹ ਹੁੰਦੀ ਆ ਕਿ ਰਿਸੈਸ਼ਨ ਦੇ ਆਉਣ ਦੇ ਨਾਲ ਨੌਕਰੀਆਂ ਚਲੇ ਜਾਂਦੀਆਂ। ਇਹ ਹੁਣ ਪਿਛਲੇ ਕਾਫੀ ਸਮੇਂ ਦਾ ਸਿਲਸਿਲਾ ਸ਼ੁਰੂ ਹੋਇਆ ਆ ਕਿ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਨੌਕਰੀਆਂ ਹੌਲੀ ਹੌਲੀ ਬੰਦਿਆਂ ਨੂੰ ਕੱਢੀ ਜਾਂਦੀਆਂ, ਲੇ ਆਫ ਦੇਈ ਜਾਂਦੀਆਂ। ਅੱਜ ਦੀ ਖਬਰ ਦੇ ਅਨੁਸਾਰ ਮਾਈਕਰੋਸਾਫਟ ਨੇ 10,000 ਵਰਕਰਸ ਨੂੰ ਕੱਢ ਦਿੱਤਾ। 10,000 ਵਰਕਰ ਬਹੁਤ ਜ਼ਿਆਦਾ ਆ, ਕਿਉਂਕਿ ਜਿਹੜੀ ਮਾਈਕਰੋਸਾਫਟ ਆ ਪੂਰੇ ਵਿਸ਼ਵ ਦੇ ਵਿੱਚ ਹੀ ਇਹਨਾਂ ਦੀਆਂ ਕੰਮ ਹੈ, ਇਹਨਾਂ ਦੇ ਵਰਕਰ ਨੇ। ਇਹ 5% ਸਾਰੀ ਜਿਹੜੀ ਗਲੋਬਲ ਵਰਕ ਫੋਰਸ ਦਾ ਬਣਦਾ ਇਹਨਾਂ ਦੀ ਮਾਈਕਰੋਸਾਫਟ ਦੀ ਦਾ। ਹੁਣ ਇਹਨੂੰ ਕਿਹਾ ਜਾ ਰਿਹਾ, ਜਿਹੜੇ ਸ਼ਬਦ ਉਹਨਾਂ ਨੇ ਸ਼ਬਦ ਵਰਤ ਰਹੇ ਆ ਕਿ ਮੈਕਰੋ ਇਕਨੋਮਿਕ ਕੰਡੀਸ਼ਨਸ ਐਂਡ ਚੇਂਜਿੰਗ ਕਸਟਮਰ ਪ੍ਰਾਇਓਰਿਟੀਜ਼। ਇਹ ਉਹਨਾਂ ਨੇ ਜਿਹੜਾ ਇੱਕ ਫਰੇਜ਼ ਦਿੱਤਾ ਆ ਕਿ ਇਹਦੇ ਤਹਿਤ ਅਸੀਂ ਇਹਨਾਂ ਵਰਕਰਾਂ ਨੂੰ ਇੱਥੋਂ ਕੱਢ ਰਹੇ ਹਾਂ। ਕੰਪਨੀ ਨੇ ਇਹ ਕਿਹਾ ਕਿ ਬੁੱਧਵਾਰ ਨੂੰ ਅੱਜ ਉਹਨਾਂ ਨੇ ਦੱਸਿਆ ਕਿ ਜਿਹੜੇ EMPLOYEES ਨੇ ਉਹਨਾਂ ਨੂੰ ਲੇ ਆਫ ਦਿੱਤੀ ਜਾ ਰਹੀ ਹੈ, ਜਿਹੜੀ ਇੱਕਦਮ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ ਜਦੋਂ ਉਹਨਾਂ ਨੇ ਅਨਾਊਂਸ ਕੀਤਾ। ਕੰਪਨੀ ਇਹ ਵੀ ਕਹਿ ਰਹੀ ਆ ਕਿ ਜਿਹੜਾ ਉਹਨਾਂ ਦਾ ਹਾਰਡਵੇਅਰ ਪੋਰਟਫੋਲੀਓ ਆ ਉਹਦੇ ਵਿੱਚ ਵੀ ਉਹ ਚੇਂਜਸ ਕਰ ਰਹੇ ਆ। ਜੋ ਕੁਛ ਇਸ ਵੇਲੇ ਵਾਪਰ ਰਿਹਾ ਆ ਉਹਨੇ ਸਾਰੇ ਕੁਛ ਨੂੰ ਉਹ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਇਹ ਦੂਜੀ ਗੱਲ ਇਹ ਆ, ਉਹ ਕਹਿੰਦੇ ਅਸੀਂ ਹਾਇਰਿੰਗ ਲਗਾਤਾਰ ਜਾਰੀ ਰੱਖਾਂਗੇ। ਜਿਹੜੀਆਂ ਕੁਛ ਸਾਡੇ ਕੀ ਸਟ੍ਰੈਟਜਿਕ ਏਰੀਆਜ਼ ਨੇ ਉਹਨਾਂ ਦੇ ਵਿੱਚ ਅਸੀਂ ਬੰਦੇ ਹੋਰ ਰੱਖਣੇ ਆ ਤੇ ਉਹ ਵੀ ਰੱਖਾਂਗੇ, ਤੇ ਇੱਕ ਨਵਾਂ ਕੰਪਿਊਟਰ ਪਲੇਟਫਾਰਮ ਅਸੀਂ ਬਣਾਵਾਂਗੇ ਜਿਹੜਾ ਬਹੁਤ ਐਡਵਾਂਸ ਹੋਊਗਾ, ਖਾਸ ਕਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ। ਤੇ ਉਹ ਕਹਿੰਦੇ ਡਿਜੀਟਲ ਟੈਕਨੋਲੋਜੀ ਦੇ ਉੱਤੇ ਅਸੀਂ ਜਿਹੜੀ ਸਪੈਂਡਿੰਗ ਉਹ ਜ਼ਿਆਦਾ ਕਰ ਰਹੇ ਹਾਂ। ਆਰਗੇਨਾਈਜੇਸ਼ਨ ਹਰ ਇੰਡਸਟਰੀ ਤੇ ਜਿਓਗ੍ਰਾਫੀ ਦੇ ਬਹੁਤ ਨੇੜਿਓਂ ਦੇਖ ਰਹੇ ਆ। ਇਹ ਤੋਂ ਪਹਿਲਾਂ ਤੁਹਾਨੂੰ ਪਤਾ ਆ ਕਿ ਦੂਜੀਆਂ ਵੱਡੀਆਂ ਜਿਹੜੀਆਂ ਟੈਕ ਕੰਪਨੀਆਂ ਸੀ ਉਹਨਾਂ ਨੇ ਵੀ ਆਪਣੀਆਂ ਨੌਕਰੀਆਂ ਤੋਂ ਲੋਕਾਂ ਨੂੰ ਕੱਢਿਆ ਸੀ। ਐਮਾਜ਼ੋਨ ਤੇ ਜਿਹੜੇ ਬਿਜ਼ਨਸ ਸਾਫਟਵੇਅਰ ਮੇਕਰ ਸੇਲਸ ਫੋਰਸ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਇਹਨਾਂ ਨੇ ਜੌਬ ਕੱਟ ਅਨਾਊਂਸ ਕਰ ਦਿੱਤੇ ਸੀ, ਤੇ ਜਿਹੜੇ ਲਗਾਤਾਰ ਉਹ ਵਧਾ ਰਹੇ ਸੀ ਲੋਕਡਾਊਨ ਦੇ ਵੇਲੇ ਉਹਨੂੰ ਥੱਲੇ ਕਰ ਦਿੱਤਾ ਸੀ। ਐਮਾਜ਼ੋਨ ਨੇ ਵੀ ਕਿਹਾ ਸੀ ਕਿ ਅਸੀਂ 18,000 ਦੇ ਕਰੀਬ ਪੋਜੀਸ਼ਨ ਜਿਹੜੀਆਂ ਕੱਟ ਕਰ ਰਹੇ ਹਾਂ। ਵੱਡਾ ਇੱਕ ਜਿਹੜਾ ਸਿਆਟਲ ਬੇਸ ਇਸ ਕੰਪਨੀ ਦਾ ਕੱਟ ਆਫ ਸੀਗਾ, ਤੇ ਹਾਲਾਂਕਿ ਬਹੁਤ ਥੋੜ੍ਹੇ ਆ ਐਮਾਜ਼ੋਨ ਨੂੰ ਦੇਖਿਆ ਜਾਵੇ, ਤੇ ਜੇ 18,000 ਬੰਦਾ ਉਹਨਾਂ ਨੇ ਕੱਢ ਵੀ ਦਿੱਤਾ ਤਾਂ 15 ਲੱਖ ਬੰਦਾ ਉਹਨਾਂ ਦੇ ਕੋਲ ਕੰਮ ਕਰਦਾ ਆ, ਤੇ 15 ਲੱਖ ਦੇ ਵਿੱਚੋਂ 18,000 ਕੋ ਮੈਨੇ ਨਹੀਂ ਰਖਾਉਂਦਾ। ਪਰ ਲੋਕ ਇਸ ਗੱਲ ਤੋਂ ਡਰ ਰਹੇ ਆ ਵੀ 18,000 ਦਾ ਕਿਤੇ 1,80,000 ਨਾ ਹੋ ਜਾਵੇ। ਫੇਸਬੁੱਕ ਜਿਹਦੀ ਪੇਰੈਂਟ ਮੈਟਾ ਕੰਪਨੀ ਆ, ਤੁਹਾਨੂੰ ਜਾਣਦੇ ਆ ਕਿ ਉਹਨੇ ਵੀ ਲੇ ਆਫ ਕੀਤੀ ਸੀ 11,000 ਬੰਦੇ ਨੂੰ। ਉਹ 13% ਉਹਦੀ ਵਰਕ ਫੋਰਸ ਦਾ ਸੀਗਾ। ਤੇ ਐਲਨ ਮਸਕ ਜਿਹੜੇ ਟਵਿੱਟਰ ਦੇ CEO ਆ, ਤੇ ਉਹਨਾਂ ਨੇ ਵੀ ਆਪਣੀ ਕੰਪਨੀ ਦੇ ਵਿੱਚੋਂ ਵਰਕਰਾਂ ਨੂੰ ਕੱਢ ਦਿੱਤਾ ਸੀਗਾ। ਕਾਫੀ ਜਿਹੜੇ ਕੰਪਨੀਆਂ ਨੇ ਇੱਕ ਇੱਕ ਕਰਕੇ ਇਹਨਾਂ ਨੂੰ ਕੱਢ ਰਹੇ, ਤੇ ਅੱਜ ਇਹਦੇ ਵਿੱਚ ਮਾਈਕਰੋਸਾਫਟ ਸ਼ਾਮਲ ਹੋ ਗਿਆ ਜਿਹੜੇ 10,000 ਬੰਦਿਆਂ ਨੂੰ ਕੰਮ ਤੋਂ ਜਵਾਬ ਦੇ ਦਿੱਤਾ। ਹੋ ਸਕਦਾ ਇਹ ਸਾਰਾ ਕੁਛ ਇੱਥੇ ਰੁਕ ਜਾਵੇ, ਹੋ ਸਕਦਾ ਉਹਨਾਂ ਦੀ ਜਿਹੜੀ ਪਾਲਿਸੀ ਆ ਕਿ ਅਸੀਂ ਇਹਨੂੰ ਚੇਂਜ ਕਰ ਰਹੇ ਹਾਂ ਕਿ ਕਿਹੜੇ ਸੈਕਟਰ ਦੇ ਸਾਨੂੰ ਬੰਦੇ ਚਾਹੀਦੇ ਆ, ਆਹ ਕੱਢ ਕੇ ਅਸੀਂ ਆਹ ਰੱਖ ਰਹੇ ਹਾਂ, ਪਰ
ਲੋਕਾਂ ਦੇ ਮਨ ਦੇ ਵਿੱਚ ਡਰ ਹੈਗਾ ਕਿ ਕਿਤੇ ਇੱਦਾਂ ਨਾ ਹੋਵੇ, ਇਹ ਰਿਸੈਸ਼ਨ ਦੀਆਂ ਨਿਸ਼ਾਨੀਆਂ ਹੋਣ। ਅਗਲੀ ਗੱਲਬਾਤ ਅਲਬਰਟਾ ਤੋਂ ਆ। ਅਲਬਰਟਾ ਦੇ ਵਿੱਚ ਸਰਕਾਰ, ਆਪਾਂ ਪਹਿਲਾਂ ਵੀ ਅਨਾਊਂਸਮੈਂਟ ਕੀਤੀ ਸੀ, ਗੱਲਬਾਤ ਕੀਤੀ ਸੀ ਤੁਹਾਡੇ ਨਾਲ, ਸਰਕਾਰ ਨੇ ਅਨਾਊਂਸਮੈਂਟ ਕੀਤੀ ਸੀ ਤੇ ਅਸੀਂ ਖਬਰ ਤੁਹਾਡੇ ਤੱਕ ਪਹੁੰਚਾਈ ਸੀ ਕਿ ਸਰਕਾਰ ਲੋਕਾਂ ਦੀ ਮਦਦ ਕਰ ਰਹੀ ਹੈ $600 ਦੀ ਅਫੋਰਡੇਬਿਲਟੀ ਇੱਕ ਪੈਕੇਜ ਦੀ, ਤੇ ਉਹ ਜਿਹੜੀ ਅੱਜ ਤੋਂ ਸ਼ੁਰੂ ਹੋ ਗਈ ਆ। ਅਲਬਰਟਾ ਦੇ ਵਿੱਚ ਰਹਿਣ ਵਾਲੇ ਲੋਕ ਅੱਜ ਉਹਦੇ ਲਈ ਅਪਲਾਈ ਕਰ ਸਕਦੇ ਆ। ਪੇਮੈਂਟ ਜਿਹਦੇ ਨਾਲ ਇਸ ਵੇਲੇ ਜਿੰਨਾ ਜਿਹੜਾ ਮਹਿੰਗਾਈ ਦਾ ਪ੍ਰੈਸ਼ਰ ਲੋਕਾਂ ਦੇ ਉੱਤੇ ਪਿਆ ਆ, ਉਹਨੂੰ ਥੋੜ੍ਹਾ ਜਿਹਾ ਘੱਟ ਕਰਨ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਆ, ਤੇ $100 ਮਹੀਨੇ ਦੇ ਹਿਸਾਬ ਨਾਲ ਅਲਬਰਟਾ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਿਲਣ ਲੱਗ ਪੈਣਾ, ਬਸ਼ਰਤੇ ਉਹਨਾਂ ਦੀ ਜਿਹੜੀ ਸਾਲ ਦੀ ਕਮਾਈ ਆ ਉਹ 1,80,000 ਤੋਂ ਘੱਟ ਹੋਵੇ, ਤੇ ਉਹ $100 ਪ੍ਰਤੀ ਮਹੀਨਾ ਅਗਲੇ 6 ਮਹੀਨਿਆਂ ਦੇ ਲਈ ਲੈ ਸਕਦੇ ਆ, ਹਰ ਉਸ ਬੱਚੇ ਦੇ ਲਈ ਜਿਹੜਾ 18 ਸਾਲ ਤੋਂ ਘੱਟ ਆ। ਸੋ ਅੱਜ ਤੁਸੀਂ ਉਹਨਾਂ ਦੇ ਔਨਲਾਈਨ ਜਾ ਕੇ ਪੋਰਟਲ ਦੇ ਉੱਤੇ ਅਪਲਾਈ ਕਰ ਸਕਦੇ ਹੋ। ਅੱਜ ਤੋਂ ਇਹ ਐਪਲੀਕੇਸ਼ਨ ਸ਼ੁਰੂ ਹੋਈਆਂ ਆ, ਜਾਂ ਤੁਸੀਂ ਉਹਨਾਂ ਦੇ ਕੋਈ ਵੀ ਜਿਹੜਾ ਰਜਿਸਟਰੀ ਏਜੰਟ ਆ ਜਾਂ ਅਲਬਰਟਾ ਸਪੋਰਟ ਲੋਕੇਸ਼ਨਸ ਹੈਗੀਆਂ ਉੱਥੇ ਜਾ ਕੇ ਇਨ ਪਰਸਨ ਵੀ ਅਪਲਾਈ ਕਰ ਸਕਦੇ ਆ। ਪ੍ਰੋਵਿੰਸ ਇਹ ਕਹਿ ਰਿਹਾ ਹੈ ਕਿ ਇਹ 50 ਲੋਕੇਸ਼ਨ ਇਹਨਾਂ ਨੇ ਰੱਖੀਆਂ ਆ, ਔਰ 100 ਤੋਂ ਜ਼ਿਆਦਾ ਭਾਸ਼ਾਵਾਂ ਦੇ ਵਿੱਚ ਉੱਥੇ ਗੱਲਬਾਤ ਕਰਦੇ ਆ। ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਵੀ ਕੋਈ ਸਮੱਸਿਆ ਨਹੀਂ ਆ। ਐਪਲੀਕੇਸ਼ਨਸ ਜਿਹੜੀਆਂ ਉਹ ਅੱਜ ਤੋਂ ਲੈ ਕੇ 12 ਦਿਨ ਅਗਲੇ ਨੇ ਜਿਹਦੇ ਵਿੱਚ ਐਕਸੈਪਟ ਕੀਤੀਆਂ ਜਾਣੀਆਂ। ਸੋ ਜੇ ਤੁਹਾਨੂੰ ਕੋਲੇ ਸਮਾਂ ਹੈਗਾ ਤੇ ਅੱਜ ਹੀ ਇਹਦੇ ਲਈ ਅਪਲਾਈ ਕਰ ਦਿਓ। 18 ਜਨਵਰੀ ਤੋਂ ਲੈ ਕੇ 18 ਜਨਵਰੀ ਤੋਂ ਲੈ ਕੇ 30 ਜੂਨ ਤੱਕ ਇਹ ਜਿਹੜੀਆਂ ਐਪਲੀਕੇਸ਼ਨਸ ਹੋਣੀਆਂ ਆ। ਇੰਨੇ ਸਮੇਂ ਦੇ ਲਈ ਇਹ ਐਪਲੀਕੇਸ਼ਨ ਜਿਹੜੀਆਂ ਲਈਆਂ ਜਾਣੀਆਂ, ਤੇ ਤੁਸੀਂ ਜਿਹੜਾ ਮਾਫੀ ਚਾਹੁੰਦੇ 12 ਦਿਨ ਨਹੀਂ, ਇਹ 18 ਜਨਵਰੀ ਤੋਂ ਲੈ ਕੇ 30 ਜੂਨ ਤੱਕ ਐਪਲੀਕੇਸ਼ਨ ਲਿੱਤੀਆਂ ਜਾਣੀਆਂ, ਤੇ ਉਹਦੇ ਲਈ ਤੁਸੀਂ ਜਿੰਨਾ ਜਲਦੀ ਹੋ ਸਕਦਾ ਉਹ ਅਪਲਾਈ ਕਰ ਦਿਓ। ਇੱਕ ਵਾਰੀ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਚਲੇਗੀ, ਕੰਪਲੀਟ ਹੋ ਗਈ, ਉਹਦੇ ਤੋਂ ਬਾਅਦ ਤੁਹਾਡੀਆਂ ਪੇਮੈਂਟਸ ਆਪਣੇ ਆਪ ਆਉਣ ਲੱਗ ਜਾਣੀਆਂ। ਤੇ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਉਹਨਾਂ ਦੇ ਵਿੱਚ ਕੁਝ ਕੁਐਸਚਨ ਨੇ ਜਿਹੜੇ ਤੁਹਾਨੂੰ ਪੁੱਛੇ ਜਾ ਰਹੇ ਆ ਤੁਹਾਡੀ ਐਲੀਜੀਬਿਲਟੀ ਬਾਰੇ, ਤੁਹਾਡੀ ਬੈਂਕਿੰਗ ਇਨਫੋਰਮੇਸ਼ਨ, ਤਾਂ ਕਿ ਪੇਮੈਂਟ ਜਿਹੜੀ ਸਿੱਧੀ ਤੁਹਾਡੇ ਅਕਾਊਂਟ ਦੇ ਵਿੱਚ ਡਿਪੋਜ਼ਿਟ ਕੀਤੀ ਜਾ ਸਕੇ। ਤੁਸੀਂ ਬਿਨਾਂ ਬੈਂਕ ਅਕਾਊਂਟ ਤੋਂ ਵੀ ਸਿਲੈਕਟ ਕਰ ਸਕਦੇ ਆ ਪੇਮੈਂਟ, ਮੇਲ ਦੇ ਰਾਹੀਂ ਚੈੱਕ ਵੀ ਤੁਹਾਡੇ ਘਰ ਦੇ ਵਿੱਚ ਆ ਸਕਦੀ ਆ। ਜਿਹੜਾ ਹਰ ਇੱਕ ਬੰਦਾ ਇਹਦੇ ਲਈ ਅਲਬਰਟਾ ਦੀ ਇਨਫਲੇਸ਼ਨ ਰਿਲੀਫ ਦੇ ਲਈ ਕੁਆਲੀਫਾਈ ਨਹੀਂ ਕਰਦਾ, ਜਾਂ ਉਹਨੂੰ ਅਪਲਾਈ ਕਰਨਾ ਸਾਰਿਆਂ ਨੂੰ ਵੀ ਲੋੜ ਨਹੀਂ ਆ। ਜੇ ਪਹਿਲਾਂ ਹੀ ਉਹ ਐਨਰੋਲ ਹੈਗਾ ਤਾਂ ਉਹਨੂੰ ਆਟੋਮੈਟਿਕਲੀ ਇਹ ਪੈਸੇ ਉਹਦੇ ਖਾਤੇ ਦੇ ਵਿੱਚ ਆਈ ਜਾਣੇ ਆ। ਜਿਹਨੂੰ ਵੀ ਬੈਨੀਫਿਟ ਮਿਲਦੇ ਆ ਅਸ਼ੋਰਡ ਇਨਕਮ ਫਾਰ ਸੀਵੀਅਰਲੀ ਹੈਂਡੀਕੈਪਡ AISH, ਜਾਂ ਇਨਕਮ ਸਪੋਰਟ, ਜਾਂ ਅਲਬਰਟਾ ਸੀਨੀਅਰ ਬੈਨੀਫਿਟ, ਜਾਂ ਸਰਵਿਸਿਜ਼ ਜਿਹੜੀਆਂ ਉਹਨੂੰ ਮਿਲਦੀਆਂ ਨੇ ਡਿਵੈਲਪਮੈਂਟ ਡਿਸੇਬਿਲਿਟੀ ਦੇ ਥਰੂ, ਪਰਸਨਸ ਵਿਦ ਡਿਵੈਲਪਮੈਂਟ ਡਿਸੇਬਿਲਿਟੀ PDD ਦੇ ਤਹਿਤ, ਉਹ ਪ੍ਰੋਗਰਾਮ ਜਿਹੜੇ ਪਹਿਲਾਂ ਰਜਿਸਟਰਡ ਹੈਗੇ ਆ ਉਹਨਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ। ਉਹਨਾਂ ਦੇ ਖਾਤਿਆਂ ਦੇ ਵਿੱਚ ਆਟੋਮੈਟਿਕਲੀ $100 ਜਿਹੜਾ ਪੇਮੈਂਟ ਆ ਉਹ ਜਨਵਰੀ 31 ਤੋਂ ਆਉਣੀ ਸ਼ੁਰੂ ਕਰ ਦੇਣੀ ਆ। ਤੇ ਜਿਹੜੇ ਰੈਸਿਪੀਐਂਟਸ ਹੈਗੇ ਨੇ ਉਹ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਡਿਪੈਂਡੈਂਟ ਬੱਚੇ ਹੈਗੇ ਆ, ਉਹਨਾਂ ਨੂੰ ਤੁਹਾਨੂੰ ਅਪਲਾਈ ਕਰਨਾ ਜ਼ਰੂਰੀ ਹੈ। ਇਹਦੇ ਲਈ ਜਿਹੜੇ ਹੋਰ ਕੇਅਰ ਗਿਵਰਸ ਨੇ ਉਹਨਾਂ ਨੂੰ ਵੀ ਵੱਖਰੇ ਵੱਖਰੇ ਤਹਿਤ ਅਪਲਾਈ ਕਰਨਾ ਪਊਗਾ। ਜੇ ਤੁਹਾਨੂੰ ਕੋਈ ਇਸ ਮਾਮਲੇ ਦੀ ਵੀ ਹੈਲਪ ਚਾਹੀਦੀ ਹੈ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਦੇ ਫ਼ੋਨ ਨੰਬਰ ਦੇ ਉੱਤੇ 184464322789, ਜਾਂ ਜਿਹੜੀ ਅਫੋਰਡੇਬਿਲਟੀ ਐਕਸ਼ਨ ਪਲਾਨ ਇਨਫੋਰਮੇਸ਼ਨ ਦੀ ਲਾਈਨ ਆ 184464449955, ਤੇ ਜਾਂ ਤੁਸੀਂ ਕਿਸੇ ਵੀ ਰਜਿਸਟਰੀ ਏਜੰਟ ਦੇ ਕੋਲ ਅਲਬਰਟਾ ਸਪੋਰਟ ਸੈਂਟਰ ਦੇ ਵਿੱਚ ਜਾ ਕੇ ਇਨ ਪਰਸਨ ਜਾ ਸਕਦੇ ਹੋ, ਤੇ ਉੱਥੋਂ ਇਹ ਜਾਣਕਾਰੀ ਲੈ ਸਕਦੇ ਹੋ। ਜਿਹੜੀ ਅਲਬਰਟਾ ਸਪੋਰਟਸ ਆ ਉਹ ਐਕਸਟੈਂਡਡ ਆਵਰ ਵੀ ਦੇ ਰਿਹਾ 4:30 ਤੋਂ ਲੈ ਕੇ 8 ਵਜੇ ਤੱਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਤੇ 9 ਤੋਂ ਲੈ ਕੇ 3 ਵਜੇ ਤੱਕ ਸੈਟਰਡੇਜ਼ ਨੂੰ। ਸੋ ਅੱਜ ਹੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਟੋਰਾਂਟੋ ਦੇ ਵਿੱਚ ਕਾਰਾਂ ਚੋਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਬਹੁਤ ਸਾਰੀਆਂ ਮਹਿੰਗੀਆਂ ਕਾਰਾਂ ਚੋਰੀ ਹੋ ਰਹੀਆਂ ਉੱਥੇ। ਘੱਟੋ ਘੱਟ 32 ਕਾਰਾਂ ਟੋਰਾਂਟੋ ਦੇ ਵਿੱਚ ਹਰ ਰੋਜ਼ ਚੋਰੀ ਹੋ ਰਹੀਆਂ ਨੇ, ਤੇ ਇਹ ਫਿਗਰ ਪਿਛਲੇ ਅੰਕੜਿਆਂ ਨੂੰ ਪਾਰ ਕਰ ਰਹੀ ਆ। ਜਿਹੜੇ ਇਹਦੇ ਮੈਨੂਫੈਕਚਰਰ ਨੇ ਜਿੰਨੇ ਕੁ ਸਿਕਿਉਰਿਟੀ ਸਿਸਟਮ ਕਾਰਾਂ ਦੇ ਵਿੱਚ ਲਾ ਕੇ ਉਹ ਭੇਜਦੇ ਆ, ਭਾਵੇਂ ਹਾਈ ਐਂਡ ਕਾਰਾਂ ਨੇ, ਚੋਰ ਉਹਨਾਂ ਤੋਂ ਇੱਕ ਸਟੈਪ ਅੱਗੇ ਨੇ, ਤੇ ਇਹਨਾਂ ਨੂੰ ਕਾਰਾਂ ਚੋਰੀ ਕਰਨ ਦੇ ਵਿੱਚ ਉਹ ਜ਼ਿਆਦਾ ਐਕਸਪਰਟ ਨੇ। ਤੇ ਜਿੰਨੇ ਵੀ ਸਿਕਿਉਰਿਟੀ ਲੌਕ ਤੇ ਜੋ ਕੁਛ ਉਹਦੇ 'ਚ ਲੋਕੇਸ਼ਨ ਸਿਸਟਮ ਜਿੰਨਾ ਕੁਛ ਵੀ ਲੱਗਿਆ ਹੁੰਦਾ, ਉਹਨੂੰ ਛੋਟੇ ਜਿਹੇ ਟ੍ਰਿਕ ਦੇ ਨਾਲ ਹੀ ਉਹ ਹੈਕ ਕਰ ਲੈਂਦੇ ਤੇ ਤੁਹਾਡੀ ਕਾਰ ਲੈ ਕੇ ਚਲੇ ਜਾਂਦੇ ਆ। ਕਾਰਾਂ ਚੋਰੀ ਦੀਆਂ ਵਾਰਦਾਤਾਂ ਪੂਰੇ ਕੈਨੇਡਾ ਦੇ ਵਿੱਚ, ਪਰ ਖਾਸ ਕਰ ਟੋਰਾਂਟੋ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ। ਬਹੁਤ ਸਾਰੇ ਟ੍ਰਿਕ ਜਿਨ੍ਹਾਂ ਦੇ ਵਿੱਚ ਪੋਰਟੇਬਲ ਡਿਵਾਈਸਿਸ ਨੇ ਉਹਨਾਂ ਦੇ ਕੋਲ, ਜਿਹਦੇ ਨਾਲ ਕਾਰ ਦੇ ਔਨਬੋਰਡ ਕੰਪਿਊਟਰ ਨੂੰ ਐਕਸੈਸ ਕਰ ਲੈਂਦੇ ਆ। ਟੂਲ ਜਿਹੜੇ ਕੀ ਫੋਬ ਸਿਗਨਲਸ ਕਰ ਲੈਂਦੇ ਆ। ਜਿਹੜੇ ਚੋਰ ਨੇ ਉਹ ਤੁਹਾਡੇ ਡਿਜੀਟਲ ਡਿਫੈਂਸ ਨੂੰ ਵੀ ਪਾਰ ਕਰ ਸਕਦੇ ਆ। ਉਹ ਤੁਹਾਡੇ ਕਾਰ ਨੂੰ ਡਰਾਈਵ ਕਰਕੇ ਕੁਝ ਮਿੰਟਾਂ ਦੇ ਵਿੱਚ ਕਿਤੇ ਵੀ ਲਿਜਾ ਸਕਦੇ ਆ। ਲੋਕਾਂ ਦੇ ਲਈ ਇਹ ਗੱਲ ਬਹੁਤ ਸ਼ੌਕਿੰਗ ਆ। ਖਬਰਾਂ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਇੱਦਾਂ ਦੀਆਂ ਆਈਆਂ
पर हुण जिहड़े कुछ ट्रक ने, जिवें एक व्यक्ति दा रैम 1500 चोरी होया उहदे ड्राइवे दे विचों ऐसे महीने, ते वो जिहड़ी वीडियो आ उहदे विचों दिसदे आ कि 2 बंदे आए आ ते उन्होंने आउंदिਆਂ ने पता नहीं किस तरीके दे नाल ट्रक दा हॉर्न डिसेबल कर दिता, ते उहदियां जिहड़ियां लाइट्स आ बड़े साइलेंटली फ्लैश कर रही जदों ਆਪਾਂ ਉਹਦਾ ਸਿਕਿਉਰਿਟੀ ਸਿਸਟਮ ਤੋੜਦੇ ਹਾਂ ਤਾਂ ਉਹਦਾ ਹੌਰਨ ਹੀ ਉਹਨਾਂ ਨੇ ਕਿਸੇ ਤਰੀਕੇ ਨਾਲ ਬਾਹਰੋਂ ਡਿਸੇਬਲ ਕਰ ਦਿੱਤਾ ਤੇ ਸਿਰਫ ਕਾਰ ਦੀਆਂ ਲਾਈਟਾਂ ਹੀ ਫਲੈਸ਼ ਕਰ ਰਹੀਆਂ ਆ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਔਨਬੋਰਡ ਕੰਪਿਊਟਰ ਸੀ ਉਹਨੂੰ ਐਕਸੈਸ ਕਰ ਲਿਆ ਤੇ ਜਿਹਦੇ ਤੋਂ ਬਾਅਦ ਵਹੀਕਲ ਸਟਾਰਟ ਕੀਤਾ ਤੇ 7 ਮਿੰਟ ਦੇ ਵਿੱਚ ਉਹ ਵਹੀਕਲ ਲੈ ਕੇ ਉੱਥੋਂ ਚਲੇ ਗਏ ਆ। ਹੁਣ ਅਸਲ ਦੇ ਵਿੱਚ ਉਹ ਕਰਦੇ ਕੀ ਆ, ਲੋਕ ਫਰਸਟ੍ਰੇਟਡ ਨੇ ਇਸ ਗੱਲ ਨੂੰ ਲੈ ਕੇ कि ਜਿਹੜੀਆਂ ਰੀਜ਼ਨੇਬਲ ਸਿਕਿਉਰਿਟੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਆ। ਸਿਕਿਉਰਿਟੀ ਕੈਮਰੇ ਲੱਗੇ ਆ, ਕੀ ਫੋਬ ਆ ਜਿਹੜੀਆਂ ਤੇ ਦੂਜੀਆਂ ਚੀਜ਼ਾਂ ਸਿਗਨਲ ਨੂੰ ਬਲੌਕ ਕਰਨ ਦੇ ਲਈ, ਪਰ ਹੋ ਕੀ ਰਿਹਾ ਆ ਕਿ ਜਿਹੜੇ ਅਸਲ ਦੇ ਵਿੱਚ ਕਾਰ ਮੈਨੂਫੈਕਚਰਰਸ ਨੇ ਉਹਨਾਂ ਨੂੰ ਕੁਝ ਜ਼ਿਆਦਾ ਕਰਨਾ ਚਾਹੀਦਾ। ਇੰਨੀ ਮਹਿੰਗੀ ਕਾਰ ਔਰ ਉਹਦੇ ਵਿੱਚ ਇੰਨਾ ਵੱਡਾ ਜਿਹੜਾ ਸਿਸਟਮ ਲੱਗਾ ਆ, ਪਰ ਉਹ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਕਿੱਧਰਲੇ ਪਾਸੇ ਉਹ ਚਲੇ ਜਾਂਦੇ ਔਰ ਵੱਖ-ਵੱਖ ਥਾਵਾਂ ਦੇ ਉੱਤੇ ਇਹਨੂੰ ਟਾਰਗੇਟ ਕਰ ਰਹੇ ਆ। ਅੰਟੈਰੀਓ ਦੀਆਂ ਵੱਖ-ਵੱਖ ਪਲੇਸਿਸ ਦੇ ਉੱਤੇ ਜਿਹੜੇ 2023 ਦਾ ਜਿਹੜਾ ਸੰਨ ਚੜ੍ਹਿਆ ਆ, ਇਹਦੇ ਵਿੱਚ 453 ਵਹੀਕਲ ਚੋਰੀ ਹੋਏ ਆ, 48% ਵੱਧ ਆਇਆ ਇਹ ਜੇਕਰ ਪਿਛਲੇ ਸਾਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ। ਇਹਦਾ ਮਤਲਬ ਇਹ ਆ ਕਿ ਜੇ ਆਹੀ ਹਿਸਾਬ ਚੱਲਦਾ ਰਿਹਾ ਤੇ 453 2 ਹਫ਼ਤਿਆਂ ਦੇ ਵਿੱਚ, ਤੇ ਇਹਨੂੰ ਤਕਸੀਮ ਕਰਕੇ ਦੇਖ ਲਓ 32 ਕਾਰਾਂ ਇੱਕ ਦਿਨ ਦੇ ਵਿੱਚ ਬਣਦੀਆਂ। 2022 ਦੇ ਵਿੱਚ ਇਹਦੇ ਨਾਲੋਂ ਘੱਟ ਸੀ, ਪਰ ਹੁਣ ਟੋਰਾਂਟੋ ਪੁਲਿਸ ਨੇ ਰਿਪੋਰਟ ਕੀਤਾ ਸੀ 10,000 ਵਹੀਕਲ ਚੋਰੀ ਹੋਇਆ ਸੀ ਤੇ ਉਹ ਤੋਂ ਪਹਿਲੇ ਸਾਲ ਦੇ ਵਿੱਚ ਇਹ 6600 ਵਹੀਕਲ ਸੀਗਾ। ਮਤਲਬ ਹਰ ਸਾਲ ਗਿਣਤੀ ਵਧੀ ਜਾਂਦੀ ਹੈ। ਜਿਹੜਾ ਮਤਲਬ ਕਿਹਾ ਇਹੀ ਜਾਂਦਾ ਕਿ ਤੁਸੀਂ ਇਹਨੂੰ ਜਿੰਨੇ ਦੇਸੀ ਤਰੀਕੇ ਦੇ ਨਾਲ ਇਹਨਾਂ ਕਾਰਾਂ ਨੂੰ ਬਚਾ ਰੱਖ ਸਕਦੇ ਹੋ ਉਨੇ ਤਰੀਕੇ ਨਾਲ ਬਚਾਓ। ਦੇਸੀ ਤਰੀਕਾ ਕੀ ਆ, ਸਟੀਅਰਿੰਗ ਵੀਲ ਦੇ ਵਿੱਚ ਜਿਹੜਾ ਡੰਡਾ ਜਿਹਾ ਫਸਾ ਕੇ ਰੱਖਦੇ ਆ ਉਹਨੂੰ ਲੌਕ ਕਰ ਦਿਓ, ਉਹਦੀ ਜਿਹੜੀ ਥੱਲੇ ਰੇਸ ਆ ਉਹਨੂੰ ਲੌਕ ਕਰ ਦਿਓ ਕਿਸੇ ਨਾ ਕਿਸੇ ਤਰ੍ਹਾਂ, ਟਾਇਰਾਂ ਨੂੰ ਸੰਗਲ ਜੇ ਪਾ ਲਓ, ਕੋਈ ਵੀ ਤਰੀਕਾ ਉਹਨੂੰ ਲਾਈਟ ਦੇ ਥੱਲੇ ਖੜੀ ਕਰੋ। ਮਤਲਬ ਉਹ ਜਿਹੜਾ ਸਿਕਿਉਰਿਟੀ ਸਿਸਟਮ, ਜੇ ਤੁਸੀਂ ਇਹ ਸੋਚਦੇ ਹੋ ਕਿ ਮੈਂ ਲੌਕ ਲਾ ਦਿੱਤਾ ਚਾਬੀ ਦੇ ਨਾਲ, ਉਹ ਚਾਬੀ ਜਿੱਥੇ ਤੁਸੀਂ ਘਰ ਦੇ ਵਿੱਚ ਅੰਦਰ ਟੰਗਦੇ ਆ ਉਹਨੂੰ ਕਿਸੇ ਤਰ੍ਹਾਂ ਕਰਕੇ ਤੇ ਉਹ ਚਾਬੀ ਤੋਂ ਸਿਗਨਲ ਲੈ ਲੈਂਦੇ ਉਹ ਕੰਪਿਊਟਰ ਦੇ ਨਾਲ, ਤੇ ਕਾਰ ਤੁਹਾਡੀ ਅੰਦਰ ਪਈ ਚਾਬੀ ਦੇ ਨਾਲ ਹੀ ਜਿਹੜੀ ਉਹ ਖੁੱਲ੍ਹ ਜਾਂਦੀ ਆ। ਤੇ ਫਿਰ ਉਹਨਾਂ ਦੇ ਬੰਦੇ ਰੱਖੇ ਆ, ਜਿੱਦਾਂ ਪਹਿਲਾਂ ਵੀ ਕਾਫੀ ਵਾਰੀ ਗੱਲਬਾਤ ਕੀਤੀ ਹੈ ਕਿ ਇੱਕ ਬੰਦਿਆਂ ਦਾ ਕੰਮ ਇਹੀ ਹੈ ਕਿ ਉਹਨਾਂ ਨੇ ਤੁਹਾਡੇ ਡਰਾਈਵੇ ਤੋਂ ਕਾਰ ਚੱਕ ਕੇ ਫਲਾਨੀ ਲੋਕੇਸ਼ਨ ਦੇ ਉੱਤੇ ਲਿਜਾਣੀ ਆ, ਉੱਥੇ ਹੋਰ ਬੰਦੇ ਖੜ੍ਹੇ ਆ, ਉਹਨਾਂ ਨੇ ਟ੍ਰੇਨ ਦੇ ਵਿੱਚ ਚੱਕ ਕੇ ਪੋਰਟ ਦੇ ਵਿੱਚ ਲੈ ਕੇ ਜਾਣੀ ਆ, ਤੇ ਪੋਰਟ ਦੇ ਵਿੱਚੋਂ ਫਿਰ ਸ਼ਿਪ ਦੇ ਰਾਹੀਂ ਉਹ ਕਿਸੇ ਹੋਰ ਦੇਸ਼ਾਂ ਨੂੰ, ਅਫਰੀਕਾ ਦੇ ਵਿੱਚ ਜਾਂ ਮਿਡਲ ਈਸਟ ਦੇ ਵਿੱਚ ਜਾ ਕੇ ਵੇਚੀ ਜਾਂਦੀ ਆ, ਤੇ ਉੱਥੇ ਫਿਰ ਕ੍ਰਾਈਮ ਦੇ ਲਈ ਇਹ ਕਾਰਾਂ ਯੂਜ਼ ਹੁੰਦੀਆਂ ਆ। ਸੋ ਇਸ ਮਾਮਲੇ ਦੇ ਵਿੱਚ ਇਹ ਵਾਧਾ ਦੇਸ਼ ਦੇ ਸਾਰੇ ਹਿੱਸਿਆਂ ਦੇ ਵਿੱਚ ਦੇਖਿਆ ਜਾ ਰਿਹਾ ਆ, ਪਰ ਟੋਰਾਂਟੋ ਦੇ ਵਿੱਚ ਇਹ ਖਾਸ ਤੌਰ ਦੇ ਉੱਤੇ ਇਹ ਵਾਧਾ ਹੋ ਰਿਹਾ ਆ ਕਿ ਜਿੱਥੇ ਉਹਨਾਂ ਨੂੰ ਕੋਈ ਵੀ ਭੰਨ ਤੋੜ ਨਹੀਂ ਕਰਨੀ ਪੈ ਰਹੀ, ਉਹ ਕੰਪਿਊਟਰ ਦੇ ਨਾਲ, ਉਹ ਟ੍ਰਿਕ ਦੇ ਨਾਲ ਹੀ ਤੁਹਾਡੀ ਕਾਰ ਦਾ ਲੌਕ ਓਪਨ ਕਰਕੇ ਪੋਰਟੇਬਲ ਡਿਵਾਈਸਿਸ ਦੇ ਨਾਲ ਉਹ ਨਾਲ ਲਾਉਂਦੇ ਆ ਤੇ ਸਾਰੀ ਕਾਰ ਦੀ ਇਨਫੋਰਮੇਸ਼ਨ ਉਹਦੇ ਵਿੱਚ ਆ ਜਾਂਦੀ ਹੈ। ਤੇ ਉਹਦੇ ਤੋਂ ਬਾਅਦ ਜੇ ਤੁਹਾਡਾ ਉਹਦੇ ਵਿੱਚ ਉਹ ਸਿਸਟਮ ਲੱਗਿਆ ਆ GPS ਕਿ ਉਹਨੂੰ ਲੋਕੇਟ ਕਰਨ ਦੇ ਲਈ ਕਿ ਤੁਸੀਂ ਆਪਣੇ ਫੋਨ ਤੋਂ ਕਾਰ ਨੂੰ ਲੋਕੇਟ ਕਰ ਸਕਦੇ ਆ, ਉਹ ਵੀ ਡਿਸੇਬਲ ਕਰ ਦਿੰਦੇ ਆ। ਉਹਦੇ ਵਿੱਚੋਂ ਵੀ ਕੁਛ ਨਹੀਂ ਲੱਭਦਾ ਤੇ ਸਾਰੀ ਦੀ ਸਾਰੀ ਕਾਰ ਮਤਲਬ ਤੁਹਾਡੇ ਹੱਥ ਦੇ ਵਿੱਚੋਂ ਚਲੀ ਜਾਂਦੀ ਹੈ। ਜਿਹੜੇ ਸਾਈਬਰ ਸਿਕਿਉਰਿਟੀ ਐਕਸਪਰਟਸ ਨੇ ਉਹ ਦੱਸ ਰਿਹਾ ਕਿ ਕੰਪਨੀਆਂ ਨੂੰ ਕੁਛ ਨਾ ਕੁਛ ਕਰਨਾ ਪਊਗਾ, ਪਰ ਕੰਪਨੀਆਂ ਜੋ ਕੁਛ ਵੀ ਕਰਦੀਆਂ, ਕੰਪਨੀਆਂ ਜਿੱਥੇ ਤੱਕ ਵੀ ਪਹੁੰਚਦੀਆਂ, ਚੋਰ ਉਹਨਾਂ ਤੋਂ ਇੱਕ ਸਟੈਪ ਅੱਗੇ ਚਲੇ ਜਾਂਦੇ ਆ। ਜਿੱਡੇ ਵੱਡੇ ਲੋਕ ਮਰਜ਼ੀ ਲਾਉਂਦੇ ਆ ਤੇ ਉਹਨਾਂ ਨੂੰ ਉਹ ਤੋੜ ਕੇ ਤੁਹਾਡੀ ਕਾਰ ਚੋਰੀ ਕਰਕੇ ਲੈ ਜਾਂਦੇ ਆ। ਜਿਹੜੀਆਂ ਕਾਰਾਂ ਦੀਆਂ ਲਿਸਟਾਂ ਵੀ ਜਾਰੀ ਕੀਤੀਆਂ ਗਈਆਂ ਵੀ ਇਹਨਾਂ ਕਾਰਾਂ ਨੂੰ ਖਤਰਾ ਆ, ਇਹਨਾਂ ਨਾਲ ਆਹ ਕਾਰਾਂ ਚੋਰਾਂ ਦੀਆਂ ਮਨਪਸੰਦ ਕਾਰਾਂ ਨੇ, ਜਿੰਨਾ ਬਚਾ ਰੱਖ ਸਕਦੇ ਹੋ ਇਹਨੂੰ ਫਿਜ਼ੀਕਲ ਤਰੀਕੇ ਦੇ ਨਾਲ ਕਾਰਾਂ ਨੂੰ ਬਚਾ ਕੇ ਰੱਖੋ। ਜਿਸ ਤਰੀਕੇ ਦੇ ਨਾਲ ਕਾਰਾਂ ਦੀ ਚੋਰੀ ਦੇ ਵਿੱਚ ਵਾਧਾ ਹੋ ਰਿਹਾ, ਆਹ ਸਾਲ ਕਾਰਾਂ ਦੇ ਮਾਮਲੇ ਦੇ ਵਿੱਚ ਬਹੁਤ ਮਾੜਾ ਤੇ ਦੁਖਦਾਇਕ ਸਾਲ ਹੋਵੇਗਾ। ਅਗਲੀ ਜਿਹੜੀ ਗੱਲਬਾਤ ਆਪਾਂ ਕਰਨੀ ਆ ਫੈਂਟਨਲ ਦੇ ਮਾਮਲੇ ਦੇ ਵਿੱਚ, ਜਾਂ ਜਿਹੜੀ ਡਰੱਗ ਆ BC ਦੇ ਵਿੱਚ RCMP ਨੇ ਇੱਕ ਬੜੀ ਵੱਡੀ ਖੇਪ ਫੜੀ ਹੈ। ਕਈ ਮਿਲੀਅਨ ਡੋਜ਼ ਇਹਦੀਆਂ ਫੈਂਟਨਲ ਦੀਆਂ ਜਿਹੜੀਆਂ ਡਰੱਗ ਦੀ ਇੱਕ ਸੁਪਰ ਲੈਬ ਐਬਸਫੋਰਡ ਦੇ ਨੇੜੇ ਫੜੀ ਗਈ ਹੈ, ਤੇ RCMP ਨੇ ਇਹਨੂੰ ਡਿਸਮੈਂਟਲ ਕੀਤਾ ਆਪਣੀ ਇਨਵੈਸਟੀਗੇਸ਼ਨ ਕਰਕੇ, ਤੇ ਉਹਨੂੰ ਮਤਲਬ ਜਿੱਥੋਂ ਡਰੱਗ ਉਹ ਲੋਕਾਂ ਤੱਕ ਪਹੁੰਚਣੀ ਸੀ ਉਹਨੂੰ ਪਹਿਲਾਂ ਹੀ ਫੜ ਲਿਆ। ਪੁਲਿਸ ਹੁਣ 3 ਜਣਿਆਂ ਨੂੰ ਲੱਭ ਰਹੀ ਆ ਇਸ ਮਾਮਲੇ ਦੇ ਵਿੱਚ। ਜਿਹਨਾਂ ਨੂੰ ਚਾਰਜ ਕੀਤਾ ਗਿਆ ਆ, ਇਹ ਇਲੀਗਲ ਆਪਰੇਸ਼ਨ ਉੱਥੇ ਚੱਲ ਰਿਹਾ ਸੀ, ਤੇ BC RCMP ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਨੇ ਕਈ ਦਰਜਨਾਂ ਜਿਹੜੇ ਐਵੀਡੈਂਸ ਬੈਗ ਆ ਇਲੀਗਲ ਡਰੱਗਸ ਦੇ ਡਿਸਪਲੇ ਕੀਤੇ ਆ। ਉਹ ਨਿਊਜ਼ ਕਾਨਫਰੰਸ ਕੱਲ੍ਹ ਕੀਤੀ ਉਹਨਾਂ ਨੇ। ਉਸ ਨਿਊਜ਼ ਕਾਨਫਰੰਸ ਦੇ ਵਿੱਚ
ਦੱਸਦੇ ਆ ਕਿ 16 ਕਿਲੋ ਕ੍ਰਿਸਟਲ ਮੈਥ, 4 ਕਿਲੋ ਪਿਓਰ ਫੈਂਟਨਿਲ ਤੇ 315 ਕਿਲੋ ਮੈਰੋਆਨਾ ਬਡਸ, ਇਹ ਤੋਂ ਵੀ ਜ਼ਿਆਦਾ ਜਿਹੜੀ ਆ ਉਹ ਫੜੀ ਹੈ ਉਹਨਾਂ ਨੇ। ਅਪਰੋਕਸੀਮੇਟਲੀ $20,000 ਕੈਸ਼ ਤੇ ਜਿਹੜੇ ਹੋਰ ਕੈਮੀਕਲਸ ਆ, ਜਿਹਨਾਂ ਕੈਮੀਕਲਸ ਦੇ ਨਾਲ ਅੱਗੇ ਉਹ ਕੁਝ ਬਣਾਉਂਦੇ ਆ, 50 ਕਿਲੋ ਪਿਓਰ ਫੈਂਟਾਨਿਲ ਜਿਹੜੀ ਉਹਨਾਂ ਨੇ ਸੀਜ਼ ਕੀਤੀ ਆ। ਇੱਕ ਬਹੁਤ ਵੱਡੀ ਮਤਲਬ ਖੇਪ ਆ, ਜੇ ਸਟੇਟ ਦੇ ਉੱਤੇ ਪਹੁੰਚ ਜਾਂਦੀ ਤੇ ਕਿੰਨਾ ਨੁਕਸਾਨ ਕਰਨਾ ਸੀ। ਜਿਹੜੀ ਕੰਬਾਈਨਡ ਪਿਓਰ ਫੈਂਟਾਨਿਲ ਤੇ ਕੈਮੀਕਲ ਜਿਹੜੇ ਹੈਗੇ ਆ ਇਹਦੇ ਵਿੱਚੋਂ ਸੀਜ਼ ਕੀਤੇ ਗਏ ਆ ਤੇ ਇਹ 27 ਮਿਲੀਅਨ ਦੀ ਲੀਥਲ ਡੋਜ਼ ਮੰਨੀ ਜਾ ਰਹੀ ਆ ਅੰਦਾਜ਼ਨ। ਤੇ ਦੂਜਾ ਇਹ ਲੈਬ ਜਿਹੜਾ ਉੱਥੇ ਐਬਸਫੋਰਡ ਦੇ ਰੂਰਲ ਏਰੀਏ ਦੇ ਵਿੱਚ ਦੱਸਦੇ ਆ ਸਰਚ ਵਾਰੰਟ ਉਹਦੇ ਲਾਏ ਗਏ ਸੀ, ਸਰੀ ਦੇ ਵਿੱਚ ਵੀ ਐਗਜ਼ੀਕਿਊਟ ਕੀਤੇ ਗਏ। ਆਫਿਸਰ ਜਨਵਰੀ ਦੇ ਵਿੱਚ ਉਧਰਲੇ ਪਾਸੇ ਗਏ ਸੀ ਤੇ ਉਹਨਾਂ ਨੇ ਚਾਰਜ ਕੀਤਾ ਤੇ ਕੁਛ ਵੀਕਸ ਪਹਿਲਾਂ ਹੀ ਉਹ ਅਪਰੂਵ ਹੋਏ ਆ। ਪੁਲਿਸ ਹੁਣ 3 ਜਣਿਆਂ ਨੂੰ ਹੋਰ ਲੱਭ ਰਹੀ ਆ। ਇੱਕ 41 ਸਾਲਾਂ ਦਾ ਕੈਵਨ ਐਸੀ ਗੁੰਜ਼ੇਲ ਨਾਂ ਦਾ ਵਿਅਕਤੀ ਆ, ਇੱਕ 36 ਸਾਲਾਂ ਦਾ ਡੁਆਕੁਆਨ ਫੋਂਗ ਨਾਂ ਦਾ ਵਿਅਕਤੀ ਆ ਤੇ ਇੱਕ 34 ਸਾਲਾਂ ਦਾ ਜੈਮਰੋਲ ਅਲੰਡੇ ਇਬਾਰਾ। ਇਹਦੀ ਭਾਲ ਪੁਲਿਸ ਕਰ ਰਹੀ ਹੈ ਵੀ ਜੇ ਕਿਸੇ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨਾਲ ਉਹ ਗੱਲਬਾਤ ਸਾਂਝੀ ਕਰ ਸਕਦੇ ਹੋ। RCMP ਇਸ ਬਾਰੇ ਸਪੈਕੂਲੇਟ ਕਰ ਰਹੀ ਹੈ ਕਿ ਇਹ ਜਿਹੜਾ ਡਰੱਗਸ ਹੈਗੀਆਂ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਖ਼ਤਮ ਕੀਤਾ ਜਾਵੇ। ਸੁਪਰ ਲੈਬ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਇਹਨੂੰ ਇਹਦਾ ਸਾਈਜ਼ ਤੇ ਇਹਦੇ ਹਿਸਾਬ ਦੇ ਨਾਲ ਇਹਨੂੰ ਕਿਹਾ ਗਿਆ। ਸੋ ਜੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਆ। ਅਗਲੀ ਗੱਲਬਾਤ ਦੋਸਤੋ ਯੂਕਰੇਨ ਦੇ ਮਾਮਲੇ ਦੇ ਵਿੱਚ ਹੈ। ਯੂਕਰੇਨ 2 ਸਾਲ ਹੋ ਚੱਲਿਆ ਪੂਰਾ, ਜਿਹੜਾ ਜਦੋਂ ਦਾ ਰਸ਼ੀਆ ਨੇ ਯੂਕਰੇਨ ਦੇ ਵਿੱਚ ਫਰਵਰੀ ਦੇ ਵਿੱਚ ਇਨਵੇਡ ਕੀਤਾ ਸੀ। ਹੁਣ ਯੂਕਰੇਨ ਦੇ ਦੌਰੇ 'ਤੇ ਸਾਡੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਗਏ ਆ ਤੇ ਉਹਨਾਂ ਨੇ ਉੱਥੇ ਜਾ ਕੇ ਐਲਾਨ ਕੀਤਾ ਕਿ ਕੈਨੇਡਾ ਯੂਕਰੇਨ ਨੂੰ 200 ਜਿਹੜੇ ਫੌਜੀ ਵਾਹਨ ਆ ਉਹ ਡੋਨੇਟ ਕਰੂਗਾ। ਇਹ ਖਾਸ ਤੌਰ ਦੇ ਉੱਤੇ ਜਿਹੜੀਆਂ ਗੱਡੀਆਂ ਨੇ ਇਹ ਕੈਨੇਡਾ ਦੇ ਵਿੱਚ ਤਿਆਰ ਕੀਤੀਆਂ, ਜਿਹੜੀਆਂ ਇੱਥੇ ਤਿਆਰ ਕੀਤੀਆਂ ਗਈਆਂ ਤੇ ਉਹਨਾਂ ਨੂੰ ਇਹ ਦੇਣੀਆਂ ਹੈ। ਔਰ ਜਿਹੜੀ ਲੇਟੈਸਟ ਟੈਕਨੀਕ ਦੇ ਨਾਲ ਇਹ ਲੈਸ ਆ, ਜਿਹਦੇ ਵਿੱਚ ਬਹੁਤ ਸਾਰੇ ਚੰਗੇ ਤਰੀਕੇ ਨਾਲ ਹਥਿਆਰ ਰੱਖੇ ਜਾ ਸਕਦੇ ਆ। ਲਗਾਤਾਰ ਅਮਰੀਕਾ ਤੇ ਕੈਨੇਡਾ ਯੂਕਰੇਨ ਦੀ ਸਪੋਰਟ ਕਰ ਰਹੇ ਆ। ਅਮਰੀਕਾ ਕੈਨੇਡਾ ਕੀ ਪੂਰੀ ਨੈਟੋ ਜਾਂ ਇਹ ਸਾਰੇ ਜਿਹੜੇ ਲੋਕ ਨੇ ਇਹ ਇਕੱਠੇ ਹੋ ਕੇ ਯੂਕਰੇਨ ਦੇ ਨਾਲ ਖੜੇ ਆ ਤੇ ਇਹੀ ਕਾਰਨ ਆ ਕਿ ਸਾਲ ਦੇ ਲਗਭਗ ਸਮਾਂ ਹੋ ਚੱਲਿਆ ਤੇ ਇਹ ਛੋਟਾ ਜਿਹਾ ਦੇਸ਼ ਦੁਨੀਆ ਦੀ ਇੱਕ ਵੱਡੀ ਸਮਝੀ ਜਾਂਦੀ ਤਾਕਤ ਦੇ ਮੂਹਰੇ ਟਿਕਿਆ ਆ ਤੇ ਇਹ ਸਿਰਫ ਤੇ ਸਿਰਫ ਹਥਿਆਰ ਹੀ ਨਹੀਂ ਦੇ ਰਿਹਾ, ਬਖਤਰਬੰਦ ਗੱਡੀਆਂ ਹੀ ਨਹੀਂ ਦੇ ਰਿਹਾ, ਸਗੋਂ ਆਪਣੀ ਇੰਟੈਲੀਜੈਂਸ ਵੀ ਉਹਨਾਂ ਨੂੰ ਦੇ ਰਹੇ ਆ। ਇੱਕ ਜਿਹੜੀ $90 ਮਿਲੀਅਨ ਇਹਦੇ ਉੱਤੇ ਲੱਗਿਆ ਇਹਨੂੰ ਖਰੀਦਣ ਦੇ ਲਈ ਤੇ ਇਹਨਾਂ ਨੂੰ ਉੱਥੇ ਦਿੱਤਾ ਜਾਣਾ। ਪਹਿਲਾਂ ਵੀ ਕੈਨੇਡਾ ਨੇ ਬਹੁਤ ਸਾਰੀ ਮਦਦ ਉਹਨਾਂ ਦੀ ਕੀਤੀ ਆ ਤੇ ਇਹਦੇ ਨਾਲ ਇਹ ਜਿਹੜੀ ਟੈਕਨੀਕ ਇੱਦਾਂ ਦੀ ਆ ਕਿ ਜਦੋਂ ਉੱਥੇ ਕੋਈ ਹਮਲਾ ਹੋਣਾ ਹੋਵੇ ਇਹਨਾਂ ਚੀਜ਼ਾਂ ਦੇ ਨਾਲ ਪਹਿਲਾਂ ਹੀ ਪਤਾ ਲੱਗ ਜਾਂਦਾ ਤੇ ਜਦੋਂ ਖਤਰੇ ਤੋਂ ਬਚਣਾ ਮਤਲਬ ਪੋਸੀਬਲ ਨਹੀਂ ਹੁੰਦਾ ਉਸ ਵੇਲੇ ਇਹ ਮਦਦ ਕਰਦੇ ਆ। ਤੇ ਉਹਨਾਂ ਨੇ ਉਹ ਯੂਕਰੇਨ ਦੇ ਦੌਰੇ ਦੇ ਉੱਤੇ ਗਏ ਆ। ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਇਹਦੀ ਯੂਕਰੇਨ ਦੇ ਮਾਮਲੇ ਦੇ ਉੱਤੇ ਜਰਮਨੀ ਦੇ ਵਿੱਚ ਬੈਠਕ ਹੋਣੀ, ਉੱਥੇ ਵੀ ਪਾਰਟੀਸਪੇਟ ਕਰਨਾ ਆ। ਲੋਕ ਦੇਖ ਰਹੇ ਆ ਕਿਉਂਕਿ ਯੂਕਰੇਨ ਤੇ ਰੂਸ ਦੀ ਲੜਾਈ ਸਿਰਫ ਰੂਸ ਤੇ ਯੂਕਰੇਨ ਦੀ ਲੜਾਈ ਨਾ ਹੋ ਕੇ ਪੂਰੀ ਦੁਨੀਆ ਦੇ ਉੱਤੇ ਅਸਰ ਪਾਉਣ ਵਾਲੀ ਇੱਕ ਵਰਤਾਰਾ ਬਣਿਆ ਆ। ਜਿੰਨੀ ਸਪਲਾਈ ਇੰਟਰਪਟ ਹੋਈ ਆ ਉੱਧਰੋਂ ਇੱਧਰਲੇ ਪਾਸੇ ਆਉਂਦਿਆਂ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਹਿੰਗਾਈ ਹੋਈ ਆ ਕਿ ਦੁਨੀਆ ਦੀ ਰਾਜਨੀਤੀ ਵੀ ਇੱਕ ਤਰੀਕੇ ਨਾਲ ਬਦਲੀ ਆ ਤੇ ਲੋਕ ਆਸ ਕਰਦੇ ਆ ਕਿ ਜਿੰਨੀ ਜਲਦੀ ਹੋਵੇ ਇਹ ਲੜਾਈ ਖਤਮ ਹੋਣੀ ਚਾਹੀਦੀ। ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੱਲ ਦੇ ਕੁਝ ਕੈਨੇਡਾ ਦੇ ਮਸਲਿਆਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।